ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਗੱਲਬਾਤ ਲਈ ਹਾਜ਼ਰ ਹਨ ਸਰਦਾਰ ਮਹਿੰਦਰ ਸਿੰਘ ਗਰੇਵਾਲ ਜੀ। ਪਿਛਲੇ ਕਈ ਦਿਨਾਂ ਤੋਂ ਪੰਜਾਬ ਭਰ ਤੇ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਕਿਸਾਨ ਅੰਦੋਲਨ ਭਖਿਆ ਪਿਆ ਔਰ ਇਹ ਵੱਧਦਾ ਜਾ ਰਿਹਾ ਹੈ ਕਿ ਘਟਦਾ ਜਾ ਰਿਹਾ ਹੈ ਜਾਂ ਕਿੱਧਰ ਨੂੰ ਜਾ ਰਿਹਾ ਹੈ, ਇਸ ਬਾਰੇ ਖੁੱਲ੍ਹੀ ਗੱਲਬਾਤ ਹੋਵੇਗੀ। ਹੋਰ ਵੀ ਕਈ ਮੁੱਦੇ ਹਨ ਜਿਸ ਵਿੱਚ ਕਰੋਨਾ ਵੈਕਸੀਨ ਲਾਉਣ ਵਾਸਤੇ ਅਤੇ ਉਸ ਨੂੰ ਹਾਸਲ ਕਰਨ ਵਾਸਤੇ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਨਿਯਮ ਬਣਾਉਣ ਦੀ ਗੱਲ ਕੀਤੀ ਹੈ, ਹਾਲਾਂਕਿ ਉਹਨਾਂ ਨੇ ਸਪਸ਼ਟ ਨਹੀਂ ਦੱਸਿਆ। ਹੋਰ ਵੀ ਕਈ ਮੁੱਦੇ ਹਨ, ਕਿਸਾਨੀ ਨਾਲ ਸੰਬੰਧਿਤ ਹਨ, ਕੁਝ ਰਾਜਨੀਤੀ ਨਾਲ ਸੰਬੰਧਿਤ ਹਨ, ਜਿਨ੍ਹਾਂ ਬਾਰੇ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਜੀ ਆਖਦੇ ਹਾਂ ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਸਾਨ ਅੰਦੋਲਨ ਦੀ ਅਸੀਂ ਗੱਲ ਕਰਦੇ ਹਾਂ ਜੀ। ਤਕਰੀਬਨ 15-20 ਦਿਨ ਹੋ ਗਏ ਨੇ ਕਿ ਇਹ ਜਿਹੜਾ ਰੋਹ ਹੈ ਕਿਸਾਨਾਂ ਦਾ, ਇਹ ਕਾਫੀ ਵੇਖਣ ਨੂੰ ਮਿਲਿਆ। ਕੁਝ ਇੱਕ ਦੋ ਘਟਨਾਵਾਂ ਵੀ ਹੋਈਆਂ ਨੇ ਜਿੱਥੇ ਕਿ ਰਾਜਨੀਤਿਕ ਆਗੂਆਂ ਨੂੰ ਸਟੇਜ ਤੋਂ ਲਾਇਆ ਗਿਆ, ਉਹਨਾਂ ਕੋਲੋਂ ਮਾਈਕ ਵੀ ਖੋਏ ਗਏ, ਉਹਨਾਂ ਦੀ ਖਿੱਚ ਧੂ ਵੀ ਹੋਈ ਹੈ। ਹੋਰ ਬਹੁਤ ਕੁਝ ਹੋ ਰਿਹਾ ਇਸ ਦੇ ਨਾਲ ਨਾਲ। ਇਸ ਵੇਲੇ ਕੀ ਸਥਿਤੀ ਹੈ ਕਿਸਾਨ ਅੰਦੋਲਨ ਦੀ? ਜਿਹੜਾ ਕਿਸਾਨ ਅੰਦੋਲਨ ਹੈ ਜੀ, ਇਸ ਵਕਤ ਅੱਗੇ ਨਾਲੋਂ ਵਧਿਆ ਹੋਇਆ ਹੈ ਜੀ, ਕਿਉਂਕਿ ਪਹਿਲਾਂ ਇੱਕ ਵਾਰੀ ਲੱਗਦਾ ਸੀਗਾ ਵੀ ਜਿਸ ਤਰ੍ਹਾਂ ਕੇਂਦਰ ਨੇ ਟਾਕਸ ਦੇ ਲਈ, ਗੱਲਬਾਤ ਦੇ ਲਈ ਸੱਦਾ ਦਿੱਤਾ ਹੈ, ਜੀ, ਸ਼ਾਇਦ ਉਹਦੇ ਨਾਲ ਕੁਝ ਫਰਕ ਪੈ ਜਾਵੇ। ਜੀ, ਪਰ ਜਿਵੇਂ ਟਾਕਸ 'ਤੇ ਬੁਲਾ ਕੇ ਉਹਨਾਂ ਨੇ ਜੋ ਰਵੱਈਆ ਦਿਖਾਇਆ ਹੈ, ਪਹਿਲੀ ਗੱਲ ਤਾਂ ਜਿਹੜੇ ਮੰਤਰੀ ਨੇ ਖੇਤੀਬਾੜੀ ਦੇ, ਤੋਮਰ ਸਾਹਿਬ, ਨਰਿੰਦਰ ਸਿੰਘ ਤੋਮਰ ਜੀ, ਉਹ ਕਿਸਾਨਾਂ ਨੂੰ ਮਿਲੇ ਹੀ ਨਹੀਂ ਗਏ ਜੀ। ਅਤੇ ਉਹਦਾ ਜਿਹੜਾ ਬਹਾਨਾ ਵੀ ਲਾਇਆ ਹੈ ਉਹਨਾਂ ਦੇ ਇੱਕ ਹੋਰ ਸਾਥੀ ਮੰਤਰੀ ਜੀ ਨੇ ਕਿ ਉਹ ਕਹਿੰਦੇ ਵੀ ਇਹ ਤਾਂ ਹੋਰ ਕੰਮ 'ਚ ਬਿਜ਼ੀ ਸੀ। ਇਹ ਇੱਕ ਬਹਾਨਾ ਵੀ ਇਹੋ ਜਿਹਾ ਹੈ, ਕਹਿੰਦੇ ਉਹਦੇ ਜੇ ਕੰਮ ਨਹੀਂ ਕਰਨਾ ਕਿਸੇ ਦਾ, ਕਮ ਸੇ ਕਮ ਬਹਾਨਾ ਦਾ ਚੰਗਾ ਲਾ ਲਓ ਵੀ ਉੱਧਰ ਤਾਂ ਕੁੜੀ ਦਾ ਵਿਆਹ ਰੱਖਿਆ ਹੋਵੇ ਅਤੇ ਕੁੜੀ ਦਾ ਪਿਓ ਨੂੰ ਤੁਸੀਂ ਕਹੋ ਵੀ ਵਿਆਹ 'ਤੇ ਕੰਨਿਆਦਾਨ ਨਹੀਂ ਕਰ ਸਕਦਾ ਜੀ, ਉਹ ਤਾਂ ਕਿਤੇ ਹੋਰ ਕੰਮ 'ਚ ਬਿਜ਼ੀ ਹੈ ਜੀ। ਇਹ ਤਾਂ ਉਹ ਬਹਾਨਾ ਲੱਗ ਗਿਆ ਵੀ ਐਡਾ ਵੱਡਾ ਕੰਮ ਕਿਸਾਨਾਂ ਦੇ ਲਈ ਹੋ ਰਿਹਾ ਹੈ ਜੀ। ਐਗਰੀਕਲਚਰ ਮਿਨਿਸਟਰ ਜਿਹੜਾ ਹੈਗਾ ਉਹਦੇ ਕੋਲੇ ਹੋਰ ਕੰਮ ਨੇ। ਉਸ ਦਿਨ ਕਿਸਾਨਾਂ ਨੂੰ ਉੱਥੇ ਬੁਲਾਇਆ ਗਿਆ। ਕਿਸਾਨਾਂ ਨੇ ਸਪਸ਼ਟ ਕਿਹਾ ਸੀਗਾ ਜੀ ਕਿ ਅਸੀਂ ਕਿਸੇ ਸੈਕਟਰੀ ਲੈਵਲ 'ਤੇ ਗੱਲ ਨਹੀਂ ਕਰਨੀ ਜੀ। ਉਸ ਤੋਂ ਬਾਅਦ ਜਦੋਂ ਬੁਲਾਇਆ ਗਿਆ ਤਾਂ ਉਹ ਅੰਡਰਸਟੂਡ ਸੀ ਕਿ ਇਹਦੇ 'ਚ ਮੰਤਰੀ ਲੈਵਲ ਦੀ ਗੱਲਬਾਤ ਹੋਊਗੀ ਜੀ। ਪਰ ਉੱਥੇ ਫਿਰ ਉਹਨਾਂ ਨੂੰ ਜਿਹੜੇ ਸੈਕਟਰੀ ਨੇ ਆਪਣੇ ਅਗਰਵਾਲ ਸਾਹਿਬ, ਸੰਜੇ ਅਗਰਵਾਲ, ਉਹਨਾਂ ਨੇ ਆ ਕੇ ਮਿਲੇ ਅਤੇ ਕੋਈ ਹੱਲ ਕਰਨ ਦੇ ਥਾਂ 'ਤੇ ਉਲਟਾ ਕਿਸਾਨਾਂ ਨੂੰ ਸਮਝਾਉਣਾ ਸ਼ੁਰੂ ਕਰਤਾ ਕਿ ਇਹ ਕਾਨੂੰਨ ਵਧੀਆ ਨੇ ਜੀ। ਅਤੇ ਉਹ ਗੱਲਾਂ ਫਿਰ ਜਿਹੜੀਆਂ ਹੈਗੀਆਂ ਕੋਈ ਫਾਇਦਾ ਵਾਲਿਆ ਤਾਂ ਹੈ ਨਹੀਂ ਸੀ ਜੀ। ਉਹਦਾ ਇਫੈਕਟ ਇਹ ਹੋਇਆ ਵੀ ਜਿਹੜਾ ਅੰਦੋਲਨ ਹੈ ਉਹ ਅੱਗੇ ਨਾਲੋਂ ਹੋਰ ਜ਼ੋਰ ਫੜ ਗਿਆ ਜੀ। ਜਿਹੜੀ ਰੇਲ ਰੋਕੋ ਵੀ ਹੁਣ 21 ਤਰੀਕ ਤੱਕ ਐਕਸਟੈਂਡ ਕਰਤੀ ਹੈ ਜੀ। ਉਸੇ ਤਰ੍ਹਾਂ ਜਿਹੜੇ ਟੋਲ ਪਲਾਜ਼ਾ ਨੇ ਉਹਨਾਂ ਦੇ ਉੱਤੇ ਵੀ ਅੱਗੇ ਨਾਲ ਹੋਰ ਬਹੁਤ ਵਧਾਤਾ ਹੈਗਾ ਇਹਨਾਂ ਨੇ। ਮੇਰਾ ਖਿਆਲ ਹੈ ਜੀ ਜਿਹੜੇ ਪੰਜਾਬ ਸਟੇਟ ਦੇ ਜਿਹੜੇ ਹਾਈਵੇਜ਼ ਹੈਗੇ ਆ, ਪਹਿਲਾਂ ਤਾਂ ਨੈਸ਼ਨਲ ਹਾਈਵੇ 'ਤੇ ਟੋਲ ਪਲਾਜ਼ੇ ਬੰਦ ਕੀਤੇ ਗਏ ਸੀ, ਮਤਲਬ ਫ੍ਰੀ ਕੀਤੇ ਗਏ ਸੀ। ਹੁਣ ਜਿਹੜੇ ਸਟੇਟ ਦੇ ਨੇ ਉੱਥੇ ਵੀ ਕਈ ਜਗ੍ਹਾ 'ਤੇ ਵੇਖਣ ਨੂੰ ਮਿਲ ਰਿਹਾ ਕਿ ਜਿਹੜੇ ਕਿਸਾਨ ਨੇ ਉੱਥੇ ਪੱਕੇ ਤੌਰ 'ਤੇ ਬਹਿ ਗਏ ਨੇ ਡੇਰੇ ਲਾ ਕੇ। ਉਹ ਵੀ ਕਾਫੀਆਂ 'ਤੇ ਹੋ ਗਏ। ਜਿਹੜੇ ਨੈਸ਼ਨਲ ਨੇ ਉਹ ਤਾਂ ਸਾਰੇ ਹੀ ਫ੍ਰੀ ਕੀਤੇ ਹੋਏ ਆ ਜੀ। ਅਤੇ ਦੂਜੇ ਪਾਸੇ ਜਿਹੜੀਆਂ ਜੀਓ ਦੇ ਟੈਲੀਫੋਨ ਦੇ ਆਫਿਸਿਸ ਨੇ ਜਾਂ ਰਿਲਾਇੰਸ ਦੇ ਪੰਪ ਨੇ ਜਾਂ ਇਹਨਾਂ ਦੇ ਹੋਰ ਜਿਹੜੀਆਂ ਮਾਰਕੀਟਸ ਵਗੈਰਾ ਨੇ, ਉਹ ਸਾਰੀਆਂ ਦਾ ਘਿਰਾਓ ਕੀਤਾ ਹੋਇਆ, ਉਹਨਾਂ ਨੂੰ ਬੰਦ ਕੀਤਾ ਗਿਆ। ਕੱਲ੍ਹ ਤਾਂ ਬੜੀ ਸਖਤੀ ਦੇ ਨਾਲ ਸੰਗਰੂਰ ਦੇ ਵਿੱਚ ਜੀਓ ਦਾ ਜਿਹੜਾ ਟੈਲੀਫੋਨ ਦਾ ਆਫਿਸ ਹੈ ਉਹ ਵੀ ਬੰਦ ਕਰਾਤਾ ਗਿਆ। ਉਹਨਾਂ ਨੂੰ ਧਮਕੀ ਵੀ ਦਿੱਤੀ ਗਈ ਹੈ ਜੇ ਇਹਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਇਹਦੇ 'ਤੇ ਵੱਡਾ ਸਟੈਪ ਲਿਆ ਜਾਊਗਾ ਜੀ। ਇਹ ਗੱਲਾਂ ਕਾਫੀ ਵਧੀਆ ਨੇ ਅੱਗੇ ਨਾਲੋਂ। ਪੰਜਾਬ ਦੇ ਵਿੱਚ ਜਿਵੇਂ ਜਿਵੇਂ ਕਿਸਾਨਾਂ ਦਾ ਰੋਹ ਵਧਿਆ, ਰਾਜਨੀਤਿਕ ਪਾਰਟੀਆਂ ਦੀ ਸਥਿਤੀ ਕਿਹੋ ਜਿਹੀ ਹੈ? ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਦਾ ਇਸ ਵੇਲੇ ਕੀ ਸਟੈਂਡ ਹੈ? ਇਹਨਾਂ ਦਾ ਕੋਈ ਸਟੈਂਡ ਦੇ ਵਿੱਚ ਚੇਂਜ ਨਹੀਂ ਆਈ ਜੀ। ਜੋ ਸ਼ੁਰੂ ਤੋਂ ਇਹਨਾਂ ਨੇ ਇੱਕ ਰਵੱਈਆ ਬਣਾਇਆ ਹੋਇਆ ਹੈ ਉਹ ਸਾਰਿਆਂ ਦਾ ਉਹੀ ਹੈ ਕਿ ਅਸੀਂ ਇਹਦੇ ਵਿੱਚੋਂ ਪੋਲੀਟੀਕਲ ਗੇਨ ਕਿੰਨਾ ਵੱਧ ਲੈ ਸਕਦੇ ਹਾਂ ਜੀ। ਹਾਲਾਂਕਿ ਇਹ ਬਹੁਤ ਮਾੜੀ ਸੋਚ ਹੈ, ਖਾਸ ਕਰਕੇ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਲਈ ਅਤੇ ਨਾਲ ਹੀ ਦੂਜੀਆਂ ਪਾਰਟੀਆਂ ਲਈ ਵੀ ਇਹ ਸੋਚਣ ਦੀ ਲੋੜ ਹੈ ਕਿ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਜਿੱਤ ਹਾਰ ਦਾ ਮਸਲਾ ਹੈ। ਜੋ ਸਰਕਾਰ ਨੇ ਸਮਝਿਆ ਹੋਇਆ ਹੈ ਕਿ ਇਹ ਕਿਸਾਨਾਂ ਦਾ ਜਿਹੜਾ ਰੋਹ ਹੈ ਹੌਲੀ ਹੌਲੀ ਠੰਡਾ ਹੋ ਜਾਊਗਾ, ਇਹਨੂੰ ਲੰਬਾ ਪਾਈ ਚੱਲੋ। ਡਿਲੇਇੰਗ ਟੈਕਟਿਕਸ ਜਿਹੜੇ ਹੈਗੇ ਉਹ ਅਡੋਪਟ ਕਰੋ। ਦੂਜਾ, ਜੇ ਨਹੀਂ ਫੇਰ ਵੀ ਹੋਊਗਾ ਤਾਂ ਆਪਸ 'ਚ ਇਹਨਾਂ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰੋ ਵੀ ਹੌਲੀ ਹੌਲੀ ਇਹ ਸੰਘਰਸ਼ ਜਿਹੜਾ ਖਤਮ ਹੋ ਜਾਊਗਾ ਅਤੇ ਸਰਕਾਰ ਦੀ ਜਿੱਤ ਹੋ ਜਾਊਗੀ ਜੀ। ਇਹ ਜਿਹੜਾ ਆਈਡੀਆ ਨਾ ਜੀ, ਇਹ ਮਾੜਾ ਹੈ। ਸਰਕਾਰ ਨੂੰ ਇਸ ਲੈਵਲ 'ਤੇ ਜਿੱਤ ਹਾਰ ਦੀ ਸੋਚ ਨਹੀਂ ਹੋਣੀ ਚਾਹੀਦੀ। ਉਹ ਕਹਿੰਦੇ ਵੀ ਮੁਲਕ ਦੀ ਜਿੱਤ ਤਾਂ ਹੁੰਦੀ ਹੈ ਜੇ ਪਬਲਿਕ ਓਪੀਨੀਅਨ ਦੀ, ਜਿਹੜੀ ਲੋਕ ਰਾਏ ਹੈ, ਲੋਕਾਂ ਦੀ ਸੋਚ ਹੈ, ਉਹਦੀ ਜਿੱਤ ਹੋਵੇ ਤਾਂ ਮੁਲਕ ਅੱਗੇ ਵੱਧਦਾ ਹੈ। ਜੇ ਇੱਕ ਲੋਕਾਂ ਦੀ ਓਪੀਨੀਅਨ ਹੋਰ ਹੈ, ਸੋਚ ਹੋਰ ਹੈ, ਸਰਕਾਰ ਧੱਕੇ ਨਾਲ ਆਪਣੀ ਗੱਲ ਮਨਾ ਕੇ ਆਪਣੀ ਜਿੱਤ ਸਮਝਦੀ ਹੈ, ਉਹ ਲੌਂਗ ਰਨ 'ਚ ਕਦੇ ਵੀ ਜਿੱਤ ਨਹੀਂ ਹੁੰਦੀ, ਉਹ ਮਾੜਾ ਹੁੰਦਾ। ਖਾਸ ਕਰਕੇ ਜਿਹੜੇ ਅੱਜ ਹਾਲਾਤ ਨੇ,
ਮੁਲਕ ਪਹਿਲਾਂ ਹੀ ਇੱਕ ਬੜੀ ਮਾੜੀ ਇਕਨੋਮਿਕ ਸਿਸਟਮ ਦੇ ਵਿੱਚੋਂ ਲੰਘ ਰਿਹਾ ਹੈ। ਜੀ। ਸਥਿਤੀ ਸਾਡੀ ਜਿਹੜੀ ਇਕਨੋਮਿਕ ਹੈ ਜੀ। ਉਹ ਬਹੁਤ ਥੱਲੇ ਹੈ। ਜੀ। ਜੇ ਹੁਣ ਅਸੀਂ ਇਹੋ ਜਿਹੇ ਕੰਮ ਕਰਾਂਗੇ, ਕਿਸਾਨੀ ਜਿਹੜਾ ਇੱਕ ਬਹੁਤ ਵੱਡਾ ਫੈਕਟਰ ਹੈਗਾ ਸਾਡੀ ਇਕਨੋਮੀ ਨੂੰ ਉੱਤੇ ਚੱਕਣ ਵਾਲਾ, ਜੇ ਉਹਨੂੰ ਵੀ ਅਸੀਂ ਇਸ ਤਰੀਕੇ ਦਾ ਰਵੱਈਆ ਬਣਾ ਕੇ ਉਹਨੂੰ ਖਤਮ ਕਰਾਂਗੇ ਤਾਂ ਇਹ ਮੁਲਕ ਲਈ ਬਹੁਤ ਨੁਕਸਾਨਦੇਹ ਹੋਊਗਾ। ਇਸੇ ਤਰ੍ਹਾਂ ਜਿਹੜੀਆਂ ਦੂਜੀਆਂ ਸਾਡੀਆਂ ਸਿਆਸੀ ਪਾਰਟੀ ਨੇ ਓਪੋਜੀਸ਼ਨ ਵਾਲੀਆਂ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਇਹਨੂੰ ਸੀਰੀਅਸਲੀ ਗੰਭੀਰਤਾ ਦੇ ਨਾਲ ਲਈਏ। ਇਹਦੇ ਵਿੱਚ ਕੋਈ ਸਿਰਫ ਆਪਣੇ ਜਿਹੜੇ ਸਿਆਸੀ ਲਾਹੇ ਆ ਉਹ ਲੈਣ ਦੀ ਕੋਸ਼ਿਸ਼ ਨਾ ਕਰੀਏ। ਓਵਰਆਲ ਜਿਹੜਾ ਮੁਲਕ ਦਾ ਭਲਾ ਹੈਗਾ ਉਹਨੂੰ ਦੇਖਦੇ ਹੋਏ ਕਿਸਾਨਾਂ ਦੀ ਸਹੀ ਭਲਾਈ ਦੀ ਗੱਲ ਕਰੀਏ। ਆਮ ਤੌਰ 'ਤੇ ਜਿਹੜੇ ਪਿਛਲੇ ਕਿਸਾਨ ਅੰਦੋਲਨ ਹੋਏ ਨੇ ਇਤਿਹਾਸ ਦੇ ਵਿੱਚ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰਲੇ, ਉਹਨਾਂ ਨੂੰ ਕਈ ਵਾਰੀ ਸਰਕਾਰਾਂ ਵੱਲੋਂ ਹਾਈਜੈਕ ਕਰ ਲਿਆ ਜਾਂਦਾ, ਰਾਜਨੀਤਿਕ ਪਾਰਟੀਆਂ ਵੱਲੋਂ। ਕਈ ਵਾਰੀ ਇਹ ਦੋਸ਼ ਲੱਗੇ ਕਿ ਇਹਨਾਂ ਦੇ ਪ੍ਰਧਾਨ ਵਿਕ ਜਾਂਦੇ ਨੇ। ਕੋਈ ਇੱਕ ਯੂਨੀਅਨ ਜਿਹੜੀ ਹੈ ਕਿਸਾਨਾਂ ਦੀ ਜਥੇਬੰਦੀਆਂ ਵਿੱਚੋਂ ਵਿਕ ਜਾਂਦੀ ਹੈ। 31 ਜਥੇਬੰਦੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਇਸ ਵੇਲੇ ਦੱਸੀਆਂ ਜਾ ਰਹੀਆਂ ਨੇ। ਲੱਖੋਵਾਲ ਗਰੁੱਪ ਨੂੰ ਪਹਿਲਾਂ ਲਾਂਭੇ ਕਰ ਦਿੱਤਾ ਗਿਆ ਸੀ, ਉਗਰਾਹਾਂ ਵਾਲੇ ਵੀ ਥੋੜੀ ਵੱਖਰੀ ਸੁਰ ਅਪਣਾ ਰਹੇ ਨੇ। ਇਸ ਤੋਂ ਇਲਾਵਾ ਕੀ ਬਾਕੀ ਜਥੇਬੰਦੀਆਂ ਇਕਮੁੱਠ ਨੇ, ਠੀਕ ਠਾਕ ਨੇ? ਬਾਕੀ ਸਾਰੀਆਂ ਠੀਕ ਆ। ਇਹਨਾਂ ਨੂੰ ਵੀ ਕੋਈ ਹਜੇ ਤੱਕ ਇਹੋ ਜਿਹਾ ਨਹੀਂ ਇਹਨਾਂ ਨੇ ਦਿਖਾਇਆ ਕਿ ਕਿਸਾਨਾਂ ਦੇ ਉਲਟ ਚੱਲੇ ਹੋਣ ਜਾਂ ਕੋਈ ਵਿਕਣ ਵਾਲਾ ਕੰਮ ਦਿਖਾਇਆ ਹੋਵੇ। ਥੋੜਾ ਬਹੁਤ ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈ ਜੀ, ਉਹ ਕੋਈ ਮੇਜਰ ਚੀਜ਼ ਨਹੀਂ ਹੈ। ਮੇਰਾ ਖਿਆਲ ਹੈ ਹਜੇ ਤੱਕ ਇਹੋ ਜਿਹੇ ਕੋਈ ਅਸਾਰ ਨਹੀਂ ਦਿਸਦੇ ਕਿ ਹਾਈਜੈਕ ਹੋ ਸਕਦੇ ਆ ਕੋਈ ਕਿਸਾਨਾਂ ਦੇ ਲੀਡਰ, ਤੇ ਇਹਦੇ ਚੋਂ ਚੰਗਾ ਰਿਜ਼ਲਟ ਹੀ ਨਿਕਲੂਗਾ। ਬੜਾ ਵਧੀਆ ਤਰੀਕੇ ਨਾਲ ਚੱਲ ਰਹੇ ਆ। ਇਹਨਾਂ ਨੇ ਜਿਹੜਾ ਸਿਸਟਮ ਹੈ, ਇੱਕ ਤਾਂ ਕਿਸੇ ਲੀਡਰ ਜਿਹੜੇ ਹੈਗੇ ਪੋਲੀਟੀਕਲ, ਉਹਨਾਂ ਨੂੰ ਮੂਹਰੇ ਨਹੀਂ ਆਉਣ ਦਿੱਤਾ। ਦੂਜਾ ਵੀ ਕਿਸੇ ਦੇ ਕਹਿਣ 'ਤੇ ਵਾਇਲੈਂਸ ਜਾਂ ਉਹੋ ਜਿਹਾ ਕੰਮ ਨਹੀਂ ਕੀਤਾ। ਇਹ ਬੜੀ ਜਿਹੜੀ ਹੈਗੀ ਇੱਕ ਉੱਚੀ ਸੋਚ ਇਹਨਾਂ ਨੇ ਦਿਖਾਈ ਹੈ, ਤੇ ਉੱਥੋਂ ਇਹ ਲੱਗਦਾ ਹੈਗਾ ਵੀ ਜਿਹੜਾ ਇਹ ਕਿਸਾਨ ਸੰਘਰਸ਼ ਹੈ ਬਹੁਤ ਵਧੀਆ ਤਰੀਕੇ ਨਾਲ ਅੱਗੇ ਚੱਲਦਾ ਰਹੂਗਾ। ਇਹਦੇ 'ਚ ਕੋਈ ਖਰਾਬੀ ਹੋਣ ਦੇ ਹਜੇ ਚਾਂਸ ਹਜੇ ਨਹੀਂ ਲੱਗਦੇ। ਜਿਹੜੇ 3-4 ਵੱਡੇ ਧਰਨੇ ਨੇ ਪੰਜਾਬ ਦੇ ਵਿੱਚ, ਸ਼ੰਭੂ ਬੈਰੀਅਰ ਹੈ ਜਾਂ ਜਿਹੜੇ ਵੀ ਹਾਈਵੇਜ਼ ਦੇ ਉੱਪਰ ਲੱਗੇ ਹੋਏ ਨੇ, ਉਹਨਾਂ ਵਿੱਚ ਇੱਕ ਹੋਰ ਵੀ ਚੀਜ਼ ਵੇਖਣ ਨੂੰ ਮਿਲੀ ਹੈ ਕਿ ਉੱਥੇ ਜਿਹੜੇ ਸਾਡੇ ਕਈ ਕਲਾਕਾਰ, ਹੋਰ ਅਭਿਨੇਤਾ, ਢਾਡੀ ਜਥੇ ਜਿਹੜੇ ਨੇ ਪ੍ਰਸਿੱਧ ਨੇ, ਉਹ ਪਹੁੰਚ ਰਹੇ ਨੇ ਤੇ ਲੋਕਾਂ ਦਾ ਮਨੋਰੰਜਨ ਵੀ ਕਰ ਰਹੇ ਨੇ ਤੇ ਉਹਨਾਂ ਨੂੰ ਕੁਝ ਸੁਣਾ ਵੀ ਰਹੇ ਨੇ, ਕੋਈ ਵੀਰ ਰਸ ਵੀ ਸੁਣਾਇਆ ਜਾ ਰਿਹਾ। ਇਸ ਨਾਲ ਵੀ ਬੜਾ ਫਰਕ ਪੈ ਰਿਹਾ। ਦੇਖੋ ਇਹਦੇ 'ਚ ਕੀ ਹੈ ਵੀ ਜਿੰਨੇ ਵੀ ਹੋਰ ਸਾਥੀ ਹੈਗੇ, ਚਾਹੇ ਉਹ ਕਲਾਕਾਰ ਨੇ, ਚਾਹੇ ਉਹ ਧਾਰਮਿਕ ਜਥੇ ਨੇ, ਰਾਗੀ ਜਥੇ ਹੈ, ਤੁਹਾਡੇ ਢਾਡੀ ਜਥੇ ਹੈ, ਉਹ ਸਾਰੇ ਇਸ ਚੀਜ਼ ਨੂੰ ਸਮਝਦੇ ਹੋਏ ਕਿ ਕਿਸਾਨੀ ਜਿਹੜਾ ਅੰਦੋਲਨ ਹੈਗਾ ਬਹੁਤ ਜਾਇਜ਼ ਹੈ ਤੇ ਇਹ ਸਾਡੀ ਪੰਜਾਬ ਦੀ ਖਾਸ ਕਰਕੇ ਰੀੜ੍ਹ ਦੀ ਹੱਡੀ ਹੈ, ਇਹਦਾ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਇਹ ਸਾਰੇ ਨਾਲ ਲੱਗੇ ਹੋਏ ਆ। ਹੁਣ ਤਾਂ ਸਗੋਂ ਇਹਦੇ 'ਚ ਹੋਰ ਕਨਸੈਪਟ ਵੀ ਆ ਰਿਹਾ ਹੈ। ਕਈ ਥਾਵਾਂ 'ਤੇ ਗੁਰਦੁਆਰਾ ਸਾਹਿਬਾਨ ਨੇ ਵੀ ਆਪਣੇ ਵੱਲੋਂ ਸੋਚਿਆ। ਸਾਡੀ ਕੱਲ੍ਹ ਹੀ ਗੱਲ ਹੋ ਰਹੀ ਸੀ ਕਿ ਲੁਧਿਆਣੇ ਸਰਾਭਾ ਨਗਰ ਗੁਰਦੁਆਰਾ, ਉਸ ਗੁਰਦੁਆਰਾ ਸਾਹਿਬ ਵੱਲੋਂ ਸਪੈਸ਼ਲੀ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਵੀ ਇੱਕ ਪ੍ਰੋਟੈਸਟ ਮਾਰਚ ਕੀਤਾ ਜਾਣਾ ਹੈ, ਜਿਹੜਾ ਕਿ ਇੱਕ ਸਾਰਿਆਂ ਦੇ ਲਈ ਸੁਨੇਹਾ ਹੋਊਗਾ ਵੀ ਸਾਰੇ ਸਮਾਜ ਨੂੰ ਰਲ ਕੇ ਇਸ ਚੀਜ਼ ਦੀ ਇੱਕ ਸਪੋਰਟ ਦੇਣੀ ਚਾਹੀਦੀ ਹੈ। ਕਾਫੀ ਇਹਦੇ 'ਚ ਲੋਕਾਂ ਵੱਲੋਂ ਸਪੋਰਟ ਮਿਲ ਰਹੀ ਹੈ ਜੀ। ਇਹ ਕਿਸਾਨਾਂ ਵੱਲੋਂ ਜਿਹੜਾ ਰਿਲਾਇੰਸ ਕੰਪਨੀ ਨੂੰ ਸਿੰਗਲ ਆਊਟ ਕੀਤਾ ਜਾ ਰਿਹਾ ਹੈ, ਖਾਸ ਤੌਰ 'ਤੇ ਅਡਾਨੀ ਗਰੁੱਪ ਜਾਂ ਰਿਲਾਇੰਸ ਗਰੁੱਪ ਨੂੰ, ਉਹਨਾਂ ਦੀਆਂ ਸਿਮਾਂ ਜਾਂ ਸ਼ਾਪਿੰਗ ਮਾਲ ਜਾਂ ਪੈਟਰੋਲ ਪੰਪ ਜਿਹੜੇ ਨੇ, ਉਹਨਾਂ ਦੇ ਗੈਸ ਸਟੇਸ਼ਨ ਜਿਹੜੇ ਨੇ, ਉਹਨਾਂ ਨੂੰ ਬੰਦ ਕਰਵਾਇਆ ਜਾ ਰਿਹਾ, ਉਹਨਾਂ ਦੇ ਦਫ਼ਤਰ ਬੰਦ ਕਰਵਾਏ ਜਾ ਰਹੇ ਨੇ। ਤੁਸੀਂ ਕੀ ਸਮਝਦੇ ਹੋ ਕਿ ਇਸ ਤਰ੍ਹਾਂ ਇਹ ਕਿਸਾਨਾਂ ਨੂੰ ਲੱਗਦਾ ਹੈ ਕਿ ਸਿਰਫ ਇਹੋ ਹੀ ਕੰਪਨੀ ਸਾਡੀ ਦੁਸ਼ਮਣ ਹੈ ਜਾਂ ਹੋਰ ਵੀ ਹਨ ਤੇ ਕਿਸਾਨਾਂ ਨੂੰ ਅਜੇ ਤੱਕ ਇਹਦੀ ਜਾਣਕਾਰੀ ਨਹੀਂ ਬਹੁਤੀ? ਦੇਖੋ, ਪਹਿਲਾਂ ਤਾਂ ਆਮ ਜਿਹੜੇ ਲੋਕ ਇਸ ਚੀਜ਼ ਨੂੰ ਸਟੱਡੀ ਕਰਦੇ ਸੀਗੇ, ਪੋਲੀਟੀਕਲ ਦੇ ਨਾਲ ਲਿੰਕ ਰੱਖਦੇ ਸੀ, ਪੋਲੀਟੀਕਲ ਸਿਸਟਮ ਨਾਲ, ਉਹ ਬੰਦੇ ਕਾਫੀ ਹੱਦ ਤੱਕ ਇਸ ਚੀਜ਼ ਨੂੰ ਸਮਝਦੇ ਸੀ ਕਿ ਕਈਆਂ ਨੇ ਇਹ ਗੱਲ ਕਹੀ ਵੀ ਹੈ ਕਿ ਜੀਓ ਕੰਪਨੀ ਨੇ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ ਕਾਫੀ ਮੋਦੀ ਸਾਹਿਬ ਨੂੰ ਸਪੋਰਟ ਦਿੱਤੀ ਹੈ ਜੀ। ਪਰ ਇਹ ਹੌਲੀ ਹੌਲੀ ਜਿਹੜੀ ਗੱਲ ਹੈਗੀ ਇਹ ਆਮ ਜਨਤਕ ਹੋ ਚੁੱਕੀ ਹੈ ਕਿ ਉਹ ਕਹਿੰਦੇ ਵੀ ਇੱਕ ਦੂਜੇ ਲਈ, ਦੂਜਾ ਪਹਿਲੇ ਲਈ। ਵੀ ਜਿਹੜੀਆਂ ਇਹ ਕੰਪਨੀਆਂ ਨੇ, ਚਾਹੇ ਅੰਬਾਨੀ ਸਾਹਿਬ ਨੇ, ਚਾਹੇ ਅਡਾਨੀ ਨੇ, ਇਹ ਗਰੁੱਪਸ ਦੀ ਪੂਰੀ ਸਪੋਰਟ ਹੈ ਸਰਕਾਰ ਨੂੰ, ਖਾਸ ਕਰਕੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੂੰ। ਅਤੇ ਉਹਦੇ ਇਵਜ਼ ਦੇ ਵਿੱਚ ਮੋਦੀ ਸਾਹਿਬ ਉਹਨਾਂ ਦੀਆਂ ਪੂਰੀਆਂ ਗੱਲਾਂ ਜਿਹੜੀਆਂ ਮੰਨਦੇ ਨੇ ਅਤੇ ਉਹਨਾਂ ਦੇ ਹਿਸਾਬ ਨਾਲ ਹੀ ਕੰਮ ਕਰਦੇ ਆ। ਉਹ ਕਈ ਤਾਂ ਇਹ ਵੀ ਕਹਿਣ ਲੱਗ ਗਏ ਵੀ ਜਿਹੜਾ ਇੱਕ ਅੱਗੇ ਹੁੰਦਾ ਸੀਗਾ ਵੀ ਸਰਕਾਰ ਫਲਾਣੇ ਬੰਦੇ ਦੀ ਜੇਬ 'ਚ ਹੈ ਜਾਂ ਉਹਦੀ ਗੁਲਾਮ ਹੈ, ਹੁਣ ਕਹਿੰਦੇ ਗੁਲਾਮ ਅੱਖਰ ਹੈ ਜਿਹੜਾ ਉਹ ਵੀ ਛੋਟਾ ਰਹਿ ਗਿਆ ਜੀ। ਕਹਿੰਦੇ ਪਤਾ ਨਹੀਂ ਇਹ ਹੁਣ ਟੈਕਨੋਲੋਜੀ ਦਾ ਅਤੇ ਇਲੈਕਟ੍ਰੋਨਿਕਸ ਦਾ ਯੁੱਗ ਹੈ, ਉਹਦੇ ਵਿੱਚ ਕਹਿੰਦੇ ਇੱਕ ਰੋਬਟ ਚੱਲਦਾ ਜਿਹੜਾ ਜੀ, ਇਹ ਸ਼ਾਇਦ ਸਰਕਾਰ ਗੁਲਾਮ ਤੋਂ ਗਾਹਾਂ ਉਹਨਾਂ ਦੇ ਹੱਥ 'ਚ ਇੱਕ ਰੋਬਟ ਬਣੀ ਹੋਈ ਹੈ ਕਿ ਸਾਰਾ ਕੰਮ ਹੀ ਉਸ ਤਰੀਕੇ ਦਾ ਕਰਦੀ ਹੈ ਜਿਹੜਾ ਉਹਨਾਂ ਨੂੰ ਸੂਟ ਕਰਦਾ ਹੋਵੇ। ਇਹ ਚੀਜ਼ ਹੁਣ ਕਿਸਾਨਾਂ ਨੇ ਵੀ ਸਮਝ ਲਈ ਹੈ ਕਿ ਜਿਨ੍ਹਾਂ ਦੇ ਭਲੇ ਲਈ ਤੁਸੀਂ ਕੰਮ ਕਰਦੇ ਹੋ, ਅਸੀਂ ਉਹਨਾਂ ਦਾ ਕੰਮ ਇੱਥੇ ਰੋਕ ਦਿੰਦੇ ਹਾਂ। ਜੇ ਉਹਨਾਂ ਦਾ ਭਲਾ ਤੁਸੀਂ ਕਰਨਾ ਹੈ, ਉਹ ਭਲਾ ਰੁਕ ਜੂਗਾ, ਤੁਹਾਨੂੰ ਆਪਣੇ ਆਪ ਸੋਚਣਾ ਪਊਗਾ ਕਿ ਅਸੀਂ ਗਲਤ ਕੰਮ ਕਰ ਰਹੇ ਹਾਂ ਅਤੇ ਸਰਕਾਰਾਂ ਦਾ ਹੋ ਸਕਦਾ ਨਜ਼ਰੀਆ ਚੇਂਜ ਹੋਵੇ, ਜਿਹਦੀ ਹਜੇ ਤੱਕ ਕੋਈ ਸੰਭਾਵਨਾ ਨਹੀਂ ਲੱਗ ਰਹੀ ਕਿਉਂਕਿ ਸਰਕਾਰਾਂ ਬਹੁਤ ਸਰਕਾਰ ਅੜੀ ਹੋਈ ਹੈ
ਕਿ ਅਸੀਂ ਇਹਨਾਂ ਦਾ ਸਾਥ ਨਹੀਂ ਛੱਡਣਾ, ਇਹਨਾਂ ਗਰੁੱਪਸ ਨੂੰ ਅਸੀਂ ਫਾਇਦਾ ਪਹੁੰਚਾਉਣਾ ਹੀ ਹੈ। ਉਹਦੇ 'ਚ ਜਿਹੜਾ ਕਿਸਾਨਾਂ ਪ੍ਰਤੀ ਜਿਹੜੇ ਇਹ ਬਿੱਲ ਨੇ, ਇਹ ਵੀ ਇਹਦਾ ਹੀ ਪਾਰਟ ਹੈ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਹੈ ਵੀ ਜਿਹੜਾ ਇੱਕ ਲੇਬਰ ਦੇ ਪ੍ਰਤੀ ਵੀ ਜਿਹੜੇ ਕਾਨੂੰਨ ਆਏ ਹੈ, ਲੇਬਰ ਲਾਅਸ ਦੇ ਸੰਬੰਧਿਤ, ਉਹ ਵੀ ਕਾਫੀ ਹੱਦ ਤੱਕ ਜਿਹੜੇ ਹੈਗੇ ਉਹ ਵੀ ਪ੍ਰੋ ਇੰਡਸਟਰੀਅਲਿਸਟ ਤੇ ਪ੍ਰੋ ਟਰੇਡਰ ਆ ਰਹੇ ਆ, ਲੇਬਰ ਦੇ ਉਲਟ ਨੇ। ਅੱਛਾ ਜੀ, ਠੀਕ ਹੈ ਜੀ। ਮੈਂ ਬ੍ਰੇਕ ਤੇ ਜਾਣ ਦਾ ਸਮਾਂ ਹੋ ਚੁੱਕਾ ਹੈ। ਇੱਕ ਦੋ ਲਫ਼ਜ਼ਾਂ ਦੇ ਵਿੱਚ ਇਹ ਦੱਸੋ ਕਿ ਕੀ ਇਕੱਲੀ ਰਿਲਾਇੰਸ ਨੂੰ ਘੇਰਨ ਨਾਲ ਕੰਮ ਬਣੇਗਾ ਜਾਂ ਬਾਕੀਆਂ ਨੂੰ ਵੀ ਆਈਡੈਂਟੀਫਾਈ ਕਰਨਾ ਪਏਗਾ? ਨਹੀਂ, ਇਕੱਲੀ ਰਿਲਾਇੰਸ ਨੂੰ ਘੇਰਨ ਨਾਲ ਕੰਮ ਨਹੀਂ ਬਣਨਾ। ਇੱਕ ਤਾਂ ਹੋਰ ਵੀ ਆਈਡੈਂਟੀਫਾਈ ਕਰਨੇ ਪੈਣਗੇ। ਜੀ। ਦੂਸਰੀ ਗੱਲ ਹੈ ਵੀ ਜਿਹੜੇ ਹੋਰ ਦਰੜੇ ਜਾ ਰਹੇ ਆ ਲੋਕ, ਉਹਨਾਂ ਨੂੰ ਵੀ ਨਾਲ ਜੋੜਨ ਦੀ ਲੋੜ ਹੈ। ਚਾਹੇ ਉਹ ਅਨਐਮਪਲੋਇਡ ਨੇ, ਚਾਹੇ ਉਹ ਦਲਿਤ ਨੇ, ਚਾਹੇ ਉਹ ਛੋਟੀਆਂ ਨੌਕਰੀਆਂ ਵਾਲੇ ਆ, ਚਾਹੇ ਉਹ ਛੋਟੇ ਟਰੇਡਰਸ ਨੇ, ਉਹਨਾਂ ਨੂੰ ਵੀ ਨਾਲ ਜੋੜਨਾ ਪਊਗਾ। ਤੇ ਜਿਹੜੇ ਹੋਰ ਬੈਨੀਫੀਸ਼ੀਅਰੀਜ਼ ਨੇ, ਉਹਨਾਂ ਸਾਰਿਆਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਕਾਰਵਾਈ ਸ਼ੁਰੂ ਕਰਨੀ ਪਊਗੀ। ਠੀਕ ਹੈ ਜੀ, ਇੱਕ ਬ੍ਰੇਕ ਦਾ ਸਮਾਂ ਹੋ ਗਿਆ ਜੀ, ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਕਿਸਾਨੀ ਮੁੱਦੇ ਤੇ ਅਜੇ ਕੁਝ ਜਿਹੜੇ ਨੇ ਬਹੁਤ ਖਾਸ ਅਹਿਮ ਨੁਕਤੇ ਜਿਹੜੇ ਨੇ ਉਹਨਾਂ ਤੇ ਗੱਲਬਾਤ ਬਾਕੀ ਹੈ। ਵਿਚਾਰ ਚਰਚਾ ਪ੍ਰੋਗਰਾਮ ਵਿੱਚ ਫਿਰ ਤੋਂ ਆਪ ਜੀ ਦਾ ਸਵਾਗਤ ਕਰਦੇ ਹਾਂ। ਗਰੇਵਾਲ ਸਾਹਿਬ, ਕਿਸਾਨਾਂ ਦੇ ਅੰਦੋਲਨ ਦੀ ਗੱਲਬਾਤ ਚੱਲ ਰਹੀ ਹੈ। ਜੱਟਾ ਤੇਰੀ ਜੂਨ ਬੁਰੀ, ਹਲ ਵਾਹ ਪੱਠਿਆਂ ਨੂੰ ਜਾਣਾ। ਇਹ ਜਿਹੜਾ ਇਹ ਮੁੱਢ ਕਦੀਮ ਤੋਂ ਕਿਸਾਨ ਜਿਹੜਾ ਹੈ ਇਹ ਸੰਘਰਸ਼ ਕਰਦਾ ਰਿਹਾ। ਇਕੱਲੇ ਪੰਜਾਬ ਵਿੱਚ ਨਹੀਂ, ਇਕੱਲੇ ਭਾਰਤ ਵਿੱਚ ਨਹੀਂ, ਦੁਨੀਆ ਭਰ ਵਿੱਚ ਕਿਸਾਨ ਜਿਹੜਾ ਹੈ ਬੜਾ ਮਿਹਨਤਕਸ਼ ਵਿਅਕਤੀ ਮੰਨਿਆ ਗਿਆ ਔਰ ਇਸ ਨੂੰ ਬਣਦਾ ਸਤਿਕਾਰ ਬਹੁਤ ਘੱਟ ਮਿਲਿਆ। ਮੈਨੂਪਲੇਟ ਕੀਤਾ ਜਾਂਦਾ ਰਿਹਾ, ਕੰਪਨੀਆਂ ਵੱਲੋਂ, ਕਦੇ ਸਰਕਾਰਾਂ ਵੱਲੋਂ, ਕਦੇ ਵਪਾਰੀਆਂ ਵੱਲੋਂ, ਕਦੇ ਕਿਸੇ ਵੱਲੋਂ। ਤੇ ਇੱਕ ਮੰਡੀ ਬਣਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ ਨਵੇਂ ਆਰਡੀਨੈਂਸਾਂ ਦੇ ਵਿੱਚ, ਵੀ ਜਿਹੜਾ ਮਰਜ਼ੀ ਵਿਅਕਤੀ ਜਿੱਥੇ ਮਰਜ਼ੀ ਲਿਜਾ ਕੇ ਆਪਣਾ ਕੋਈ ਉਪਜ ਹੈ ਜਿਹੜੀ ਉਹਨੂੰ ਵੇਚ ਸਕਦਾ ਹੈ, ਜਿਸ ਮਰਜ਼ੀ ਮੰਡੀ ਵਿੱਚੋਂ ਜਾਵੇ। ਤੇ ਕਹਿੰਦੇ ਨੇ ਕਿ ਉਸੇ ਕਾਨੂੰਨ ਦੀ ਆੜ ਦੇ ਵਿੱਚ ਪੰਜਾਬ ਦੇ ਵਿੱਚ ਬਿਹਾਰ ਤੇ ਯੂਪੀ ਤੋਂ ਵੱਡੇ ਵੱਡੇ ਟਰਾਲੇ ਜਿਹੜੇ ਨੇ ਉਹ ਭਰ ਕੇ ਆ ਰਹੇ ਨੇ ਝੋਨੇ ਦੇ, ਜੀਰੀ ਦੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਹੋਈ ਹੈ ਗੱਲ। ਪਹਿਲਾਂ ਸ਼ੁਰੂ ਹੋਈ ਸੀਗੀ ਇਹ ਮੁਕਤਸਰ ਅਤੇ ਫਰੀਦਕੋਟ 'ਚ। ਅੱਛਾ ਜੀ। ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਪਟਿਆਲੇ 'ਚ ਕਈ ਥਾਵਾਂ 'ਤੇ ਇਹ ਟਰੱਕ ਆਏ ਆ, ਯੂਪੀ ਅਤੇ ਬਿਹਾਰ 'ਚੋਂ, ਖਾਸ ਕਰਕੇ ਸਮਾਣਾ ਅਤੇ ਪਾਤੜਾ 'ਚ ਜੀ। ਅਤੇ ਉੱਥੇ ਵੀ ਟਰੱਕ ਫੜੇ ਗਏ ਆ। ਉਸ ਤੋਂ ਬਾਅਦ ਫਿਰ ਸ਼ੰਭੂ ਬੈਰੀਅਰ 'ਤੇ ਕਾਫੀ ਟਰੱਕ ਘੇਰੇ ਗਏ ਆ। ਇਹ ਪਹਿਲਾਂ ਹੋਰ ਪਾਸਿਓਂ ਦੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਵਿੱਚ ਨਾ ਜੀ, ਜਿਵੇਂ ਬੱਸਾਂ ਚੱਲਦੀਆਂ ਨੇ ਜਾਲੀ, ਉਹ ਰੂਟ ਬਣੇ ਹੋਏ ਆ, ਉਹ ਕਈ ਥਾਵਾਂ ਤੋਂ ਮੇਨ ਰੋਡਸ ਨੂੰ ਛੱਡ ਕੇ ਪਾਸਿਆਂ ਤੋਂ ਦੀ ਰਸਤੇ ਲੱਭੇ ਹੋਏ ਆ ਉਹਨਾਂ ਨੇ। ਉਹੀ ਰਾਹ ਜਿਹੜੇ ਹੈਗੇ ਟਰੱਕਾਂ ਵੱਲੋਂ ਵੀ ਯੂਜ਼ ਕੀਤੇ ਗਏ ਆ ਵੀ ਜਿੱਥੋਂ ਮੇਨ ਰੋਡ 'ਤੇ ਕੋਈ ਰੁਕਾਵਟ ਪੈਂਦੀ ਹੈ ਤਾਂ ਉਸ ਰਸਤੇ ਨੂੰ ਛੱਡ ਦਿਓ, ਜਿਹੜਾ ਚੋਰੀ ਵਾਲੇ ਰਾਹ ਨੇ ਉੱਥੋਂ ਦੀ ਵਰਤ ਲਓ। ਹੁਣ ਤਾਜ਼ੇ ਫਿਰ ਜਿਹੜੇ ਕੱਲ੍ਹ ਮਾਛੀਵਾੜਾ ਲੁਧਿਆਣੇ ਜ਼ਿਲ੍ਹੇ 'ਚ, ਜਗਰਾਓਂ, ਸਮਰਾਲਾ, ਉੱਥੇ ਵੀ ਗੱਡੀਆਂ ਪਹੁੰਚੀਆਂ ਨੇ। ਇਹਦੇ 'ਚ ਹੁਣ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਵੀ ਜਿਹੜੇ ਇਹ ਨਵੇਂ ਕਾਨੂੰਨ ਬਣਾਏ ਗਏ ਆ, ਇਹਦੇ 'ਚ ਸਿਰਫ ਕਿਸਾਨ ਨੂੰ ਨਹੀਂ, ਮੇਨਲੀ ਟਰੇਡਰ ਨੂੰ ਜਿਹੜਾ ਹੈਗਾ ਉਹ ਬੈਨੀਫਿਟ ਮਿਲ ਰਿਹਾ ਹੈ। ਅਤੇ ਇਹ ਜਿਹੜੇ ਹੁਣ ਟਰੱਕ ਆ ਰਹੇ ਆ, ਇਹ ਆਪਣੇ ਆਪ 'ਚ ਇੱਕ ਬੜੀ ਵੱਡੀ ਐਗਜ਼ਾਮਪਲ ਹੈ ਇਸ ਗੱਲ ਦੀ ਕਿ ਟਰੇਡਰ ਕਿਵੇਂ ਜਿਹੜਾ ਹੈਗਾ ਵਪਾਰੀ ਹੈ ਉਹ ਕਿਵੇਂ ਫਾਇਦਾ ਉਠਾ ਰਿਹਾ ਹੈ। ਜਿਹੜੇ ਇਲਾਕਿਆਂ ਦੇ ਵਿੱਚ ਪ੍ਰੋਪਰ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈਗੀ ਉਹ ਨਹੀਂ ਮਿਲ ਰਹੀ, ਉੱਥੋਂ ਇਹ ਜਾ ਕੇ ਝੋਨਾ ਚੱਕ ਲੈਂਦੇ ਆ ਘੱਟ ਭਾਵਾਂ 'ਚ, 1000 ਰੁਪਈਏ 'ਚ, 1200 ਰੁਪਈਏ 'ਚ, ਅਤੇ ਉੱਥੋਂ 100-150 ਰੁਪਈਆ ਤੱਕ ਜਿਹੜਾ ਭਾੜਾ ਪਾ ਕੇ ਉਹ ਪੰਜਾਬ ਲੈ ਆ ਰਹੇ ਆ, ਕਿਉਂਕਿ ਇੱਥੇ MSP ਮਿਲ ਰਿਹਾ ਸਹੀ, ਇੱਥੇ ਉਹ ਵੇਚ ਰਹੇ ਆ। ਇਹਦੇ 'ਚ ਹੁਣ ਕਮਾਈ ਜਿਹੜੀ ਹੈਗੀ ਉੱਥੋਂ ਦੇ ਕਿਸਾਨ ਨੂੰ ਤਾਂ ਹੋ ਨਹੀਂ ਰਹੀ, ਉਹਨੂੰ ਤਾਂ ਉਹੀ ਘੱਟ ਭਾਅ ਮਿਲ ਰਿਹਾ, ਕਮਾਈ ਕਰ ਰਿਹਾ ਟਰੇਡਰ, ਅਤੇ ਨੁਕਸਾਨ ਹੋਣਾ ਇਹ 'ਚ ਪੰਜਾਬ ਦੇ ਕਿਸਾਨ ਦਾ। ਕਿਉਂਕਿ ਜਿਹੜੀ FCI ਦੀ ਖਰੀਦ ਆ ਜਾਂ ਹੋਰ ਜਿਹੜੀਆਂ ਵੀ ਸਰਕਾਰੀ ਏਜੰਸੀਆਂ ਦੀਆਂ ਖਰੀਦਾਂ ਨੇ, ਉਹ ਪੰਜਾਬ ਦੇ ਵਿੱਚ ਜਿਹੜਾ ਪੁਰਾਣਾ ਟੀਚਾ ਹੈਗਾ ਉਹਨੂੰ ਦੇਖ ਕੇ ਇਹਨਾਂ ਨੂੰ ਪੈਸੇ ਆਉਂਦੇ ਆ, ਉਸੇ ਹਿਸਾਬ ਨਾਲ ਬੋਰੀ ਆਉਂਦੀ ਹੈ, ਸਾਰਾ ਕੁਝ ਆਉਂਦਾ। ਜੇ ਬਾਹਰਲਾ ਝੋਨਾ ਇੱਥੇ ਵਿਕ ਜੂਗਾ ਤਾਂ ਬਾਅਦ ਦੇ ਵਿੱਚ ਜਿਹੜਾ ਪੰਜਾਬ ਦਾ ਝੋਨਾ ਪੂਰਾ ਆਉਣਾ ਹੈ ਉਹ ਚੱਕਣ ਦੇ ਲਈ ਇਹਨਾਂ ਕੋਲ ਸਮਰੱਥਾ ਨਹੀਂ ਰਹਿਣੀ, ਉਹ ਨੁਕਸਾਨ ਹੋ ਜਾਣਾ। ਅਤੇ ਇਹ ਚੀਜ਼ਾਂ ਦੂਜੇ ਪਾਸੇ ਜਿਹੜਾ ਕਿ ਜੇ ਕਿਸਾਨ ਗਲਤੀ ਨਾਲ ਉਹ ਦੇਖ ਕੇ ਇੱਧਰ ਨੂੰ ਲੈ ਕੇ ਆ ਜਾਵੇ, ਉਹਦਾ ਵਿਕਣਾ ਨਹੀਂਗਾ, ਉਹਨੇ ਫੜੇ ਜਾਣਾ। ਜੇ ਇਹ ਦੇਖ ਕੇ ਜੇ ਹੁਣ ਇੱਥੋਂ ਵਾਲਾ ਕਿਸਾਨ ਬਾਹਰ ਲਿਜਾਊਗਾ, ਉਹਦੀ ਵੀ ਹਾਲਾਤ ਉਹੀ ਹੋਣੇ ਆ। ਇਹ ਹੁਣ ਇੱਕ ਬੜਾ ਭੰਬਲ ਭੂਸਾ ਪੈ ਗਿਆ ਬਈ ਇਹ ਨਵਾਂ ਕਾਨੂੰਨ ਕਿਸ ਤਰੀਕੇ ਨਾਲ ਚੱਲੂਗਾ, ਕਿਵੇਂ ਇਹਦੀ ਅਡੋਪਸ਼ਨ ਹੋਊਗੀ, ਉਹ ਬਿਲਕੁਲ ਹੀ ਨਹੀਂ ਕੁਛ ਹੋ ਰਿਹਾ। ਇਹ ਇੱਕ ਕਿਸਮ ਦਾ ਜਿਹੜਾ ਐ ਹੋਇਆ ਵੀ ਕਾਨੂੰਨ ਤਾਂ ਬਹੁਤ ਛੇਤੀ 'ਚ ਬਣਾਤਾ, ਕਿਉਂਕਿ ਕਾਹਲੀ ਪਈ ਹੋਈ ਸੀਗੀ ਇਹਨੂੰ ਲਾਗੂ ਕਰਨ ਦੀ। ਪਹਿਲਾਂ ਆਰਡੀਨੈਂਸ ਦਿੱਤਾ, ਫਿਰ ਐਕਟ ਲਿਆਂਦਾ, ਇਹ ਸੋਚ ਕੇ ਵੀ ਹੁਣ ਜਿਹੜਾ ਕਰੋਨਾ ਚੱਲ ਰਿਹਾ ਇਹਦੇ ਦੇ ਵਿੱਚ ਲੋਕਾਂ ਵੱਲੋਂ ਕੋਈ ਇਹਦੇ 'ਚ ਅੜਿੱਕਾ ਨਹੀਂ ਪਾਇਆ ਜਾ ਸਕੂਗਾ, ਸੰਘਰਸ਼ ਕਰਨਾ ਮੁਸ਼ਕਲ ਹੋ ਜਾਊਗਾ, ਇਹਦਾ ਫਾਇਦਾ ਉਠਾ ਕੇ ਕਾਨੂੰਨ ਲਾਗੂ ਕਰਾ ਦਿਓ। ਜੀ ਜੀ। ਉਹ ਪਰ ਚੱਲੀ ਨਹੀਂ,
ਕਿਸਾਨਾਂ ਨੇ ਸਭ ਕੁਝ ਆਪਣੇ ਉਲਟ ਹੁੰਦੇ ਹੋਏ, ਕਰੋਨਾ ਹੁੰਦਿਆਂ ਹੋਇਆ ਰਿਸਕ ਲੈ ਕੇ, ਕਿਉਂਕਿ ਸੀ ਐਡੀ ਵੱਡੀ ਮਾਰ ਪੈਣ ਵਾਲੀ, ਉਹਨਾਂ ਨੇ ਅੰਦੋਲਨ ਵੀ ਪੂਰਾ ਚਲਾਇਆ। ਪਰ ਫਿਰ ਵੀ ਆਹ ਕੰਮ ਜਿਹੜਾ ਹੈਗਾ ਇਹ ਹੁਣ ਹੋ ਰਿਹਾ, ਇਹ ਬਹੁਤ ਘਾਤਕ ਹੈ। ਜੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਾਹਰੋਂ ਝੋਨਾ ਆ ਕੇ ਵਿਕਦਾ ਰਹੂਗਾ ਤਾਂ ਪੰਜਾਬ ਦੇ ਕਿਸਾਨ ਨੂੰ ਇਹਦੇ 'ਚ ਬਹੁਤ ਵੱਡਾ ਲਾਸ ਹੋਊਗਾ। ਇਸੇ ਲਈ ਹੁਣ ਕਿਸਾਨਾਂ ਨੇ ਆਪਣੇ ਲੈਵਲ 'ਤੇ ਵੀ ਇਹ ਟਰੱਕ ਜਿਹੜੇ ਹੈਗੇ ਹੋਰ ਆਪਣੇ ਨਾਕੇ ਲਾ ਕੇ, ਸਿਰਫ ਪੁਲਿਸ ਦੀ ਆਸ 'ਤੇ ਨਹੀਂ ਬੈਠੇ, ਖੁਦ ਆਪਣੇ ਕਿਸਾਨੀ ਨਾਕੇ ਵੀ ਇਹਨਾਂ ਨੇ ਲਾਏ ਆ, ਜਿਹਦੇ ਨਾਲ ਬਾਹਰੋਂ ਆਉਣ ਵਾਲੇ ਟਰੱਕਾਂ ਨੂੰ ਰੋਕ ਰਹੇ ਆ। ਜੇ ਪੰਜਾਬ ਦੇ ਵਿੱਚ ਆ ਕੇ ਝੋਨਾ ਵਿਕਦਾ ਹੈ, ਉਹ ਫਰਜ਼ ਕਰੋ ਕਿ ਸਰਕਾਰ ਆਉਣ ਵਾਲੇ ਸਾਲ ਤੱਕ ਇਹ ਝੋਨਾ ਵਿਕਣਾ ਸ਼ੁਰੂ ਹੋ ਜਾਂਦਾ ਹੈ, ਤੇ ਪੰਜਾਬ ਦੇ ਵਿੱਚ ਤੇ ਆਲਰੇਡੀ ਕਣਕ ਤੇ ਝੋਨੇ ਦੀ ਇੰਨੀ ਉਪਜ ਹੁੰਦੀ ਹੈ ਕਿ ਇੱਥੇ ਆਪਣੀ ਤੇ ਇੰਨੀ ਖਪਤ ਹੈ ਨਹੀਂ ਪੰਜਾਬ ਦੀ, ਇਹ ਤੇ ਜਾਂਦਾ ਹੀ ਦੂਸਰੇ ਸਟੇਟਾਂ ਵਾਸਤੇ ਹੈ। ਇੱਕ ਤੇ ਉਸ ਦੀ ਢੋਆਈ ਤੇ ਦੁੱਗਣਾ ਰਸ਼ ਪਵੇਗਾ ਸੜਕਾਂ ਤੇ, ਦੂਸਰਾ ਜੇ ਅਗਰ ਝੋਨਾ ਆ ਵੀ ਜਾਂਦਾ ਹੈ ਪੰਜਾਬ ਵਿੱਚ, ਹੁਣ ਦੀ ਅਸੀਂ ਗੱਲ ਕਰੀਏ ਤੇ ਰਾਈਸ ਸ਼ੈਲਰ ਕੀ ਸਾਡੀਆਂ ਮੰਡੀਆਂ ਦੇ ਫੜ ਤੇ ਜਾਂ ਜਿਹੜੇ ਰਾਈਸ ਸ਼ੈਲਰ ਜਿਹੜੀਆਂ ਹਨ ਉਹ ਕੀ ਇਹਨੂੰ ਪ੍ਰੋਸੈਸ ਕਰਨ ਦੇ ਸਮਰੱਥ ਹੋਣਗੇ? ਇਹਨਾਂ ਇਨਫਰਾਸਟ੍ਰਕਚਰ ਹੈ ਇੱਥੇ? ਦੇਖੋ, ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਝੋਨੇ ਦੀ ਜਾਂ ਕਣਕ ਦੀ ਪ੍ਰੋਡਕਸ਼ਨ ਵਧੀ ਹੈ, ਉਸ ਵਕਤ ਸਰਕਾਰ ਨੂੰ ਲੋੜ ਸੀ, ਕਿਉਂਕਿ ਮੁਲਕ ਭੁੱਖਾ ਮਰ ਰਿਹਾ ਸੀ ਜੀ। ਉਦੋਂ ਇਹਨਾਂ ਨੇ ਇਹ MSP ਵਗੈਰਾ ਲਾਗੂ ਕਰਕੇ ਸਿਸਟਮ ਬਣਾਇਆ, ਜਿਹਦੇ ਨਾਲ ਪੰਜਾਬ 'ਚ, ਹਰਿਆਣੇ 'ਚ ਤੇ ਥੋੜ੍ਹਾ ਜਿਹਾ ਯੂਪੀ ਦਾ, ਜਿਹੜਾ ਵੈਸਟਰਨ ਯੂਪੀ ਦਾ ਹਿੱਸਾ ਹੈ, ਇਹਦੇ ਵਿੱਚ ਜਿਹੜੀ ਇਹਦੀ ਉਪਜ ਵਧਣੀ ਸ਼ੁਰੂ ਹੋਈ ਜੀ। ਉਹ ਕੰਮ ਚੱਲਦਾ ਰਿਹਾ। ਹੁਣ ਇਹਨਾਂ ਨੂੰ ਲੋੜ ਨਹੀਂ ਰਹੀ, ਇਸ ਕਰਕੇ ਸਰਕਾਰ ਨੇ ਇਹਨਾਂ ਗੱਲਾਂ ਦੀ ਪਰਵਾਹ ਛੱਡ ਦਿੱਤੀ। ਤੇ ਜੇ ਹੁਣ ਇਹ ਆ ਕੇ ਝੋਨਾ ਇੱਥੇ ਵਿਕੂਗਾ ਤਾਂ ਇੱਕ ਵਾਰੀ ਤਾਂ ਪੱਕਾ ਵੀ ਇੱਥੋਂ ਦੇ ਜਿਹੜੇ ਹੁਣ ਸ਼ੈਲਰ ਨੇ, ਜੇ ਉਹ ਖਰੀਦਣਗੇ ਤਾਂ ਉਹਨਾਂ ਦੇ ਜਿਹੜੇ ਬਣੇ ਹੋਏ ਹੈਗੇ ਸਟਾਕ ਰੱਖਣ ਨੂੰ ਪੋਜੀਸ਼ਨਾਂ, ਉਹ ਸਾਰੀਆਂ ਭਰ ਜਾਣਗੀਆਂ। ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਝੋਨਾ ਹੈ ਉਹਨੂੰ ਰੱਖਣ ਦੇ ਲਈ ਥਾਂ ਨਹੀਂ ਰਹਿਣੀ ਜੀ। ਉਸੇ ਤਰ੍ਹਾਂ ਜਿਹੜੀਆਂ ਖਰੀਦ ਏਜੰਸੀਆਂ ਨੇ, ਉਹਨਾਂ ਦੀ ਜਿਹੜੀ ਕਪੈਸਿਟੀ ਹੈ ਖਰੀਦ ਦੀ, ਉਹ ਪੂਰੀ ਹੋ ਜੂਗੀ। ਪੰਜਾਬ ਦਾ ਝੋਨਾ ਪਹਿਲੀ ਗੱਲ ਤਾਂ ਖਰੀਦਣੋਂ ਰਹਿ ਜਾਊਗਾ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਸੜਕਾਂ 'ਤੇ ਆਵਾਜਾਈ ਨੈਚੁਰਲ ਹੈ, ਉਹਦੇ ਨਾਲ ਵੀ ਫਰਕ ਪੈਣਾ ਹੈ, ਕਿਉਂਕਿ ਜਿਹੜਾ ਪੰਜਾਬ ਦਾ ਝੋਨਾ ਹੈ, ਪੰਜਾਬ 'ਚ ਤਾਂ ਉਹਦੇ 'ਚੋਂ ਬਹੁਤ ਘੱਟ ਪਰਸੈਂਟੇਜ ਹੈਗੀ ਜਿਹੜੀ ਪੰਜਾਬ 'ਚ ਖਪਤ ਹੋਣੀ ਹੈ ਜੀ, ਬਾਕੀ ਤਾਂ ਬਾਹਰ ਹੀ ਜਾਣਾ ਹੈ। ਪਹਿਲਾਂ ਬਾਹਰੋਂ ਜਿਹੜਾ ਝੋਨਾ ਹੈਗਾ ਪੰਜਾਬ 'ਚ ਨੂੰ ਆ ਰਿਹਾ, ਉਸ ਤੋਂ ਬਾਅਦ ਪੰਜਾਬ ਦਾ ਝੋਨਾ ਬਾਹਰ ਨੂੰ ਜਾਊਗਾ। ਇਹ ਸਾਰਾ ਡਬਲ ਖਰਚ ਤਾਂ ਪੈਣਾ ਹੀ ਹੈ। ਇਹਦਾ ਬੜਾ ਪ੍ਰੋਬਲਮ ਆਉਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਇਹਨੂੰ ਹੁਣੇ ਸੋਚਣਾ ਇਹਨਾਂ ਨੂੰ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ੁਰੂ 'ਚ ਇਹਦੇ 'ਤੇ ਠੱਲ ਪਵੇ ਤਾਂ ਹੀ ਚੰਗੀ ਗੱਲ ਹੈ। ਕਹਿੰਦੇ ਨੇ ਕਿ ਸਮੁੰਦਰ ਦੇ ਵਿੱਚ ਵੀ ਜਾਣਾ ਹੋਵੇ ਤੇ ਪੀਣ ਵਾਲਾ ਪਾਣੀ ਨਾਲ ਲੈ ਕੇ ਜਾਣਾ ਪੈਂਦਾ, ਭਾਵੇਂ ਤੁਸੀਂ ਪਾਣੀ ਦੇ ਵਿੱਚ ਹੀ ਜਾਣਾ ਹੁੰਦਾ, ਕਿਉਂਕਿ ਉਹ ਪਾਣੀ ਪੀਣ ਵਾਲਾ ਨਹੀਂ ਹੁੰਦਾ। ਤੁਸੀਂ ਗੱਲ ਕੀਤੀ ਕਿ ਭਾਰਤ ਦੇ ਵਿੱਚ ਕਦੇ ਭੁੱਖਮਰੀ ਸੀ ਤੇ ਇਹਨਾਂ ਨੂੰ ਅਨਾਜ ਦੀ ਲੋੜ ਸੀ, ਬਹੁਤ ਜਨਤਾ ਜਿਹੜੀ ਭੁੱਖੇ ਸੌਂਦੀ ਸੀ, ਉਹਨਾਂ ਨੂੰ ਕਣਕ ਚੌਲ ਦੀ ਜਿਹੜੀ ਮੁੱਢਲੀ ਲੋੜ ਸੀ। ਪੰਜਾਬ ਨੇ, ਹਰਿਆਣੇ ਨੇ ਤੇ ਯੂਪੀ ਦੇ ਕੁਝ ਹਿੱਸਿਆਂ ਨੇ ਉਹ ਉਪਜ ਪੈਦਾ ਕਰਕੇ ਵਿਖਾਈ, ਖਾਸ ਤੌਰ 'ਤੇ ਪੰਜਾਬ ਦੇ ਕਿਸਾਨਾਂ ਨੇ, ਤੇ ਪੰਜਾਬ ਨੇ ਭਾਰਤ ਦੇ ਲੋਕਾਂ ਦਾ ਢਿੱਡ ਭਰਿਆ ਅੰਨਦਾਤਾ ਆਖਿਆ ਗਿਆ ਇਸ ਨੂੰ, ਕਿਸਾਨ ਨੂੰ। ਤੇ ਹੁਣ ਜਦੋਂ ਕਿ ਝੋਨੇ ਤੇ ਕਣਕ ਦੀ ਬਹੁਤਾਤ ਹੈ ਸਾਡੇ ਕੋਲ, ਇੰਨੀ ਜ਼ਿਆਦਾ ਗਿਣਤੀ ਹੈ, ਇੰਨੀ ਜ਼ਿਆਦਾ ਮਾਤਰਾ ਹੈ ਕਿ ਸਰਕਾਰ ਕੋਲ ਤੇ ਜਾਂ ਏਜੰਸੀਆਂ ਕੋਲ ਰੱਖਣ ਨੂੰ ਥਾਂ ਨਹੀਂ ਹੈ। ਪਰ ਦੂਸਰੇ ਪਾਸੇ ਜਿਹੜਾ ਭੁੱਖਮਰੀ ਦਾ ਇੰਡੈਕਸ ਆਇਆ ਹੈ ਦੁਨੀਆ ਭਰ ਦੇ ਵਿੱਚ, ਔਰ ਉਹਦੇ ਵਿੱਚ ਕਹਿੰਦੇ ਨੇ ਕਿ ਭਾਰਤ ਦੀ ਹਾਲਤ ਪਤਲੀ ਹੈ, ਅੱਗੇ ਨਾਲੋਂ ਥੱਲੇ ਗਏ ਨੇ, ਔਰ ਜਿਹੜੀ GDP ਹੈ ਉਹ ਵੀ ਘੱਟ ਹੈ। ਬੰਗਲਾਦੇਸ਼, ਇੱਥੋਂ ਤੱਕ ਕਿ ਪਾਕਿਸਤਾਨ ਜਾਂ ਬਰਮਾ ਵਰਗੇ ਜਿਹੜੇ ਮੁਲਕ ਨੇ, ਭਾਰਤ ਨਾਲੋਂ ਬਿਹਤਰ ਜਿਹੜੇ ਉੱਥੇ ਹਾਲਾਤ ਦੱਸੇ ਜਾ ਰਹੇ ਨੇ। ਇਹਦੇ ਬਾਰੇ ਕੀ ਆਖੋਗੇ? ਇਹ ਜੀ ਇੱਕ ਆਇਆ ਹੈਗਾ ਪਿੱਛੇ ਜਿਹੇ, ਉਹਨੂੰ ਕਹਿੰਦੇ ਹੈਗੇ ਗਲੋਬਲ ਹੰਗਰ ਇੰਡੈਕਸ, ਠੀਕ ਹੈ ਜੀ, GHI ਜੀ, ਜਿਹਦੇ ਤਕਰੀਬਨ 130 ਮੁਲਕਾਂ ਦੇ ਵਿੱਚ ਇਹਨਾਂ ਨੇ ਕੀਤੀ ਸੀਗੀ ਸਰਵੇ ਕਿ ਇੱਥੇ ਭੁੱਖ ਦਾ ਕੀ ਹਾਲ ਹੈ ਜੀ। ਉਹਦੇ ਚੋਂ 107 ਦਾ ਜਿਹੜਾ ਹੈਗਾ ਇਹਨਾਂ ਕੋਲ ਹੁਣ ਰਿਕਾਰਡ ਆਇਆ ਹੈ। ਅੱਛਾ ਜੀ। 22 ਮੁਲਕ ਇਹੋ ਜਿਹੇ ਆ ਜਿਨ੍ਹਾਂ ਦੀ ਇਹ ਪੂਰੀਆਂ ਫਿਗਰਸ ਨਹੀਂ ਮਿਲ ਸਕੀਆਂ, ਇਸ ਕਰਕੇ ਉਹਨਾਂ ਦੇ ਵਿੱਚ ਨਹੀਂ ਪਾਇਆ ਗਿਆ। ਉਹ 107 ਦੇ ਵਿੱਚੋਂ 94ਵਾਂ ਨੰਬਰ ਇੰਡੀਆ ਦਾ ਆਉਂਦਾ ਹੈ। ਹਾਲਾਂਕਿ ਜੇ ਆਪਾਂ ਉਹ ਨਾ ਸਮਝੋ ਵੀ 200 ਚੋਂ 94ਵਾਂ, ਕਿਉਂਕਿ ਕੁੱਲ 195-96 ਦੇ ਕਰੀਬ ਮੁਲਕ ਹੈ ਦੁਨੀਆ ਦੇ ਜੀ। ਪਰ ਇਹ ਜਿਹੜਾ ਸਰਵੇ ਹੈ ਇਹਦੇ ਚੋਂ ਕਾਫੀ ਏਰੀਆ ਪਹਿਲਾਂ ਹੀ ਛੱਡਤਾ ਗਿਆ ਵੀ ਇੱਥੇ ਸਰਵੇ ਦੀ ਲੋੜ ਨਹੀਂ ਗੀ। ਜਿਵੇਂ ਨਾਰਥ ਅਮਰੀਕਾ ਹੈ, ਉਹਦੇ 'ਚ ਸਰਵੇ ਨਹੀਂ ਹੋਇਆ। ਵੈਸਟਰਨ ਯੂਰਪ ਹੈ, ਉਹਦੇ ਵਿੱਚ ਇਹ ਸਰਵੇ ਨਹੀਂ ਹੋਇਆ। ਜਾਪਾਨ 'ਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਜਿਹੜਾ ਓਸ਼ਨੀਆ ਕੰਟੀਨੈਂਟ ਹੈ, ਇਹਦੇ ਵਿੱਚ ਵੀ ਇਹ ਸਰਵੇ ਨਹੀਂ ਕੀਤਾ ਗਿਆ। ਉਹਨਾਂ ਮੁਲਕਾਂ 'ਚ, ਉਹਨਾਂ ਏਰੀਆਜ਼ 'ਚ ਕੀਤਾ ਗਿਆ ਜਿੱਥੇ ਪਹਿਲਾਂ ਹੀ ਸਮਝਦੇ ਸੀਗੇ ਕਿ ਭੁੱਖਮਰੀ ਹੋ ਸਕਦੀ ਹੈ। ਜਿਹੜਾ ਜ਼ੀਰੋ ਵਾਲੇ ਹੈਗੇ ਮੁਲਕ ਜਿੱਥੇ ਬਿਲਕੁਲ ਭੁੱਖਮਰੀ ਨਹੀਂ ਹੈ, ਉਹ ਇਹਦੇ 'ਚ ਇਨਕਲੂਡਡ ਹੀ ਨਹੀਂ ਪਹਿਲਾਂ ਹੀ। ਅੱਛਾ ਜੀ। ਇਹ ਤਕਰੀਬਨ 130 ਦਾ ਹੋਇਆ, ਜਿਹਦੇ 'ਚੋਂ 107 ਦੀ ਲਿਸਟ ਹੈ। 90 ਦੇ ਕਰੀਬ ਮੁਲਕ ਇਹੋ ਜਿਹੇ ਜਿਨ੍ਹਾਂ ਦਾ ਇਹ ਸਰਵੇ 'ਚ ਨਾਂ ਨਹੀਂ ਆਉਂਦਾ, ਜਿਹੜੇ ਇਹਦੇ ਉੱਤੇ ਪਹਿਲਾਂ ਹੀ ਹੈਗੇ। ਅੱਛਾ ਜੀ। ਇਹਨਾਂ 107 ਦੇ ਵਿੱਚੋਂ ਸਾਡਾ ਜਿਹੜਾ ਥਾਂ ਹੈ ਉਹ 94ਵਾਂ ਹੈ। ਈਵਨ ਜਿਹੜੇ ਸਾਡੇ ਸਾਰੇ ਗੁਆਂਢੀ ਹੈ, ਜਿਹੜੇ ਸਾਡੇ ਨਾਲ ਲੱਗਦੇ ਆ, ਉਹ ਸਾਰੇ ਹੀ ਸਾਡੇ ਨਾਲੋਂ ਬੈਟਰ ਪਰਫਾਰਮ ਕਰ ਰਹੇ ਆ। ਸਾਡਾ 94th ਹੈ, 94ਵਾਂ। ਸ੍ਰੀਲੰਕਾ ਸਾਡੇ ਤੋਂ ਕਾਫੀ ਉੱਤੇ ਬੈਠਾ ਹੈ, ਉਹ 61ਵੇਂ ਨੰਬਰ 'ਤੇ ਹੈ।
ਈਵਨ ਨੇਪਾਲ ਜਿਹਨੂੰ ਅਸੀਂ ਕਹਿੰਦੇ ਆ ਕਿ ਬਿਲਕੁਲ ਹੀ ਬੈਕਵਰਡ ਹੈ, ਉਹ ਵੀ 73 ਨੰਬਰ ਤੇ ਹੈ। ਬੰਗਲਾਦੇਸ਼ 75 ਨੰਬਰ ਤੇ ਆ ਰਿਹਾ ਹੈ। ਬਰਮਾ ਜਿਹੜਾ ਮਿਆਂਮਾਰ ਹੁਣ ਬਣ ਗਿਆ, ਇਹ 78 ਨੰਬਰ ਤੇ ਆ ਰਿਹਾ ਹੈ। ਅਸੀਂ ਬਾਕੀ ਕਹਿੰਦੇ ਨੇ ਵੀ ਅਸੀਂ ਹੋਰ ਕਿਸੇ ਨਾਲ ਤਾਂ ਕੰਪੀਟੀਸ਼ਨ ਹੀ ਨਹੀਂ ਕਰਦੇ ਜੀ। ਜਦੋਂ ਅਸੀਂ ਕੰਪੀਟੀਸ਼ਨ ਕਰਦੇ ਹਾਂ ਅਸੀਂ ਪਾਕਿਸਤਾਨ ਨਾਲ ਕਰਦੇ ਹਾਂ ਵੀ ਉਹਦੇ ਨਾਲ ਦੇਖੋ ਕਿਵੇਂ ਹੈ, ਚਾਹੇ ਕ੍ਰਿਕਟ ਦਾ ਮੈਚ ਹੋਵੇ ਚਾਹੇ ਕੋਈ ਹੋਵੇ, ਕੁਝ ਵੀ ਹੋਵੇ, ਉਹ ਵੀ 88ਵੇਂ ਨੰਬਰ ਤੇ ਆ, ਸਾਡੇ ਤੋਂ 6 ਦਰਜੇ ਉਹ ਵੀ ਉੱਪਰ ਬੈਠਾ ਹੈ। ਸਿਰਫ ਜੇ ਸਾਡਾ ਅਫਗਾਨਿਸਤਾਨ ਸਾਡੇ ਨੇੜੇ ਵਾਲਿਆਂ 'ਚੋਂ ਇੱਕ ਮੁਲਕ ਹੈ, ਉਹ ਸਾਡੇ ਨਾਲ ਨਹੀਂ ਲੱਗਦਾ, ਚਲੋ ਪਰਲੇ ਪਾਸੇ ਆ, ਉਹ ਹੈਗਾ ਇੱਕ ਜਿਹੜਾ ਸਾਡੇ ਨਾਲੋਂ ਥੋੜ੍ਹਾ ਜਿਹਾ ਥੱਲੇ ਹੈ। ਬਾਕੀ ਸਾਡੇ ਸਾਰੇ ਗੁਆਂਢੀ ਵੀ ਸਾਡੇ ਨਾਲੋਂ ਬੈਟਰ ਬੈਠੇ ਆ। ਅੱਛਾ, ਇਹਦਾ ਇਫੈਕਟ ਇਹ ਹੋ ਰਿਹਾ ਵੀ ਸਾਡੀ ਗਰੋਥ ਘਟ ਗਈ। ਜਿਹੜੇ ਸਾਡੇ ਬੱਚੇ ਆ 5 ਸਾਲ ਤੋਂ ਥੱਲੇ ਵਾਲੇ, ਵਿਕਾਸ ਨਹੀਂ ਹੋ ਰਿਹਾ ਉਹਨਾਂ ਦਾ, ਵਿਕਾਸ ਨਹੀਂ ਹੋ ਰਿਹਾ ਜੀ। ਜਿਹੜੇ ਨਿਊਟ੍ਰੀਸ਼ਨ 14% ਤਾਂ ਸਾਡੇ ਮੁਲਕ ਦੇ ਬੰਦੇ ਇਹੋ ਜਿਹੇ ਆ ਜਿਹੜੇ ਅੰਡਰ ਨਰਿਸ਼ਡ ਹੈ, ਜਿਨ੍ਹਾਂ ਨੂੰ ਪੂਰੀ ਖੁਰਾਕ ਨਹੀਂ ਮਿਲ ਰਹੀ ਜੀ। ਤੇ ਜਿਹੜੇ ਛੋਟੇ ਬੱਚੇ ਆ ਖਾਸ ਕਰਕੇ ਜਿਹੜੇ 5 ਸਾਲ ਤੋਂ ਥੱਲੇ ਵਾਲੇ, ਉਹਨਾਂ 'ਤੇ ਇਹਦਾ ਬੜਾ ਪ੍ਰਭਾਵ ਪੈ ਰਿਹਾ ਹੈ ਜੀ। ਉਹਨਾਂ 'ਚੋਂ 1/3 ਤੋਂ ਵੀ ਵੱਧ 37% ਬੱਚੇ ਐਸੇ ਆ ਜਿਨ੍ਹਾਂ ਦੀ ਗਰੋਥ ਪੂਰੀ ਨਹੀਂ ਹੈ। ਉਹਨਾਂ ਦੀ ਹਾਈਟ ਜਿੰਨੀ ਵਧਣੀ ਚਾਹੀਦੀ ਹੈ 5 ਸਾਲ ਤੇ ਉਨੀ ਨਹੀਂ ਹੋਈ ਤੇ ਉਦੋਂ ਗਾਹਾਂ ਜਿਹੜੇ ਜਿਨ੍ਹਾਂ ਦੀ ਹਾਈਟ ਪੂਰੀ ਹੋਈ ਹੈ ਉਹਦੇ ਮੁਤਾਬਕ ਜਿੰਨਾ ਉਹਨਾਂ ਦਾ ਭਾਰ ਹੋਣਾ ਚਾਹੀਦਾ ਹੈ, 17% ਇਹੋ ਜਿਹੇ ਬੱਚੇ ਆ ਜਿਨ੍ਹਾਂ ਦਾ ਉਹਨਾਂ ਦਾ ਵੀ ਭਾਰ ਘੱਟ ਹੈ। ਤੇ ਉਦੋਂ ਗਾਹਾਂ ਵੀ ਚੱਲੀਏ ਜੇ ਅਸੀਂ ਤਾਂ 4% ਦੇ ਨੇੜੇ 3.7% ਬੱਚੇ ਸਾਡੇ ਇਹੋ ਜਿਹੇ ਆ ਜਿਹੜੇ 5 ਸਾਲ ਦੀ ਏਜ ਤੋਂ ਪਹਿਲਾਂ ਉਹਨਾਂ ਦੀ ਮੋਰਟੈਲਿਟੀ ਹੋ ਜਾਂਦੀ ਹੈ। ਇਹ ਸਾਰਾ ਅੰਡਰ ਨਰਿਸ਼ਮੈਂਟ ਕਰਕੇ ਜਿਹੜੀ ਹੁੰਦੀ ਹੈ ਮੋਰਟੈਲਿਟੀ। ਸਰੀਰਕ ਵਿਕਾਸ ਵੀ ਨਹੀਂ ਤੇ ਮਾਨਸਿਕ ਵਿਕਾਸ ਵੀ ਨਹੀਂ ਹੋ ਸਕਦਾ। ਨੈਚੁਰਲਾਈਜ਼ ਜਿਹੜਾ ਕਹਿੰਦੇ ਹੁੰਦੇ ਆ ਵੀ ਹੈਲਦੀ ਮਾਈਂਡ ਐਂਡ ਇਨ ਅ ਹੈਲਦੀ ਬੋਡੀ, ਜੇ ਬੋਡੀ ਹੈਲਦੀ ਹੈ ਤਾਂ ਹੀ ਉਹਦੇ 'ਚ ਦਿਮਾਗ ਵੀ ਹੈਲਦੀ ਹੋਊਗਾ। ਜਦੋਂ ਸਰੀਰ ਹੀ ਪੂਰੇ ਗਰੋਥ ਨਹੀਂ ਹੋ ਰਹੀ ਤਾਂ ਦਿਮਾਗ ਦੀ ਵੀ ਜਿਹੜੀ ਵਿਕਾਸ ਹੈ ਉਹ ਵੀ ਘੱਟ ਰਹਿਣਾ। ਇਹ ਸਾਡੀ ਪੋਜੀਸ਼ਨ ਹੈ। ਹਾਲਾਂਕਿ ਇੰਨਾ ਸਾਡੇ ਕੋਲੇ ਅਨਾਜ ਇਸ ਵਕਤ ਵਾਧੂ ਹੈ। ਨੁਕਸ ਸਾਡੇ ਹੈਗਾ ਪੋਲਿਸੀਜ਼ ਦਾ, ਚੀਜ਼ਾਂ ਨਹੀਂ ਹੈ ਕਮੀਆਂ। ਪੋਲਿਸੀਜ਼ ਵੀ ਉਨੀਆਂ ਮਾੜੀਆਂ ਨਹੀਂ ਹੈ ਜਿੰਨੀਆਂ ਪੋਲਿਸੀਜ਼ ਦੀ ਇੰਪਲੀਮੈਂਟੇਸ਼ਨ ਹੈ। ਅਸੀਂ ਫਾਰਮੂਲਾ ਕੋਈ ਨਾ ਕੋਈ ਬਣਾ ਲੈਂਦੇ ਹਾਂ, ਪਰ ਉਹਨੂੰ ਇੰਪਲੀਮੈਂਟੇਸ਼ਨ ਕਰਨ ਦੇ ਵਿੱਚ, ਉਹਨੂੰ ਗਾਹਾਂ ਲਾਗੂ ਕਰਨ ਦੇ ਵਿੱਚ ਸਾਡੇ 'ਚ ਇੰਨੀਆਂ ਕਮਜ਼ੋਰੀਆਂ ਨੇ, ਇੰਨੇ ਘਾਟੇ ਹੈ ਕਿ ਅਸੀਂ ਉਹਨੂੰ ਸਹੀ ਕਰ ਹੀ ਨਹੀਂ ਸਕਦੇ। ਉਹਦਾ ਨੁਕਸਾਨ ਹੀ ਨੁਕਸਾਨ ਥੱਲੇ ਜਾਈ ਜਾਂਦਾ ਹੈ। ਠੀਕ ਹੈ ਜੀ, ਇੱਕ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ ਤੇ ਹੋਰ ਕਈ ਮੁੱਦਿਆਂ ਤੇ ਅਜੇ ਗੱਲਬਾਤ ਕਰਨੀ ਹੈ। ਵਿਚਾਰ ਚਰਚਾ ਪ੍ਰੋਗਰਾਮ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ। ਗਰੇਵਾਲ ਸਾਹਿਬ, ਬਹੁਤ ਸਾਰੇ ਮੁੱਦਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਵਿੱਚ ਕਿਸਾਨੀ ਅੰਦੋਲਨ ਜਿਹੜਾ ਛਾਇਆ ਰਿਹਾ। ਕਹਿੰਦੇ ਨੇ ਕਿ ਚੋਣਾਂ ਬਿਹਾਰ ਵਿੱਚ ਹੋ ਰਹੀਆਂ ਨੇ ਤੇ ਰਾਹੁਲ ਦੀ ਲੋੜ ਉੱਥੇ ਜ਼ਿਆਦਾ ਹੈ ਤੇ ਰਾਹੁਲ ਸਾਹਿਬ ਪੰਜਾਬ ਵਿੱਚ ਆ ਕੇ ਸਮਾਰਟ ਪਿੰਡ ਬਣਾਉਣ ਲੱਗੇ ਹੋਏ ਨੇ, ਕਿਉਂਕਿ ਇੱਥੇ ਇਲੈਕਸ਼ਨਾਂ ਵੀ ਛੇਤੀ ਆ ਰਹੀਆਂ ਨੇ ਪੰਜਾਬ ਵਿੱਚ ਵੀ, ਤੇ ਤਿਆਰੀ ਕੱਸੀ ਜਾ ਰਹੀ ਸਰਕਾਰ ਵੱਲੋਂ। ਵੱਡੇ ਵੱਡੇ ਇਸ਼ਤਿਹਾਰ ਸਥਾਨਕ ਅਖਬਾਰਾਂ ਦੇ ਵਿੱਚ ਜਿਹੜੇ ਹਨ ਉਹ ਫਰੰਟ ਪੇਜਾਂ 'ਤੇ, ਮੁੱਖ ਸਫ਼ਿਆਂ ਦੇ ਉੱਤੇ ਆ ਰਹੇ ਨੇ ਔਰ ਉਹਨਾਂ ਇਸ਼ਤਿਹਾਰਾਂ ਦੇ ਵਿੱਚ ਸਰਕਾਰ ਦੇ ਕਾਰਨਾਮੇ ਪਿਛਲੇ ਸਾਲਾਂ ਦੇ ਗਿਣਾਏ ਜਾ ਰਹੇ ਨੇ। ਕਿਸਾਨੀ ਅੰਦੋਲਨ ਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਵਿਰੋਧ ਵੀ ਇਹਨਾਂ ਦਾ ਵੀ, ਕਾਂਗਰਸ ਦਾ ਵੀ ਹੋਇਆ ਕਈ ਜਗ੍ਹਾ 'ਤੇ। ਟਰੈਕਟਰ 'ਤੇ ਬੈਠ ਕੇ ਵੀ ਰੈਲੀ ਕੱਢੀ ਰਾਹੁਲ ਨੇ ਤੇ ਇੱਕ ਵਾਰ ਫਿਰ ਕਹਿੰਦੇ ਨੇ ਕਿ ਉਹ ਆ ਰਹੇ ਨੇ ਪੰਜਾਬ ਵਿੱਚ ਸਮਾਰਟ ਪਿੰਡ ਬਣਾਉਣੇ ਨੇ। ਤੇ ਕੁਝ ਮਹੀਨੇ ਪਹਿਲਾਂ ਸਮਾਰਟ ਸਕੂਲ ਬਣਾਏ ਸੀ ਜਿਸ ਦੇ ਵਿੱਚ ਅਧਿਆਪਕਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਜੇਬਾਂ ਵਿੱਚੋਂ ਕੁਝ ਮਾਇਆ ਕੱਢੋ, ਪੈਸੇ ਕੱਢੋ ਤੇ ਸਕੂਲਾਂ ਨੂੰ ਰੰਗ ਕਰਾਓ ਤੇ ਬਾਹਰ ਲਿਖ ਦਿਓ ਸਮਾਰਟ ਸਕੂਲ। ਤੇ ਇਸ ਤੋਂ ਬਾਅਦ ਸਮਾਰਟ ਉੱਥੇ ਕੁਝ ਹੋਇਆ ਨਹੀਂ। ਇਹ ਪਿੰਡਾਂ ਨੂੰ ਸਮਾਰਟ ਕਿਵੇਂ ਬਣਾਇਆ ਜਾਵੇਗਾ, ਇਹ ਦੱਸੋ। ਦੇਖੋ, ਜਿਹੜੀ ਹੁਣ ਇਹ ਇਹਨਾਂ ਨੇ ਸਕੀਮ ਕੱਢੀ ਹੈ ਸਮਾਰਟ ਪਿੰਡਾਂ ਵਾਲੀ ਜੀ, ਚਲੋ ਨਾਂ ਤਾਂ ਬਹੁਤ ਵਧੀਆ ਜੀ, ਕਿਉਂਕਿ ਹੁਣ ਜਿਹੜਾ ਸਿਸਟਮ ਹੈ ਦੁਨੀਆ ਦਾ, ਉਹ ਐਡਵਰਟਾਈਜ਼ਮੈਂਟ ਦਾ ਇੱਕ ਜ਼ਮਾਨਾ ਆ ਗਿਆ ਜੀ, ਵੀ ਕੰਮ ਚਾਹੇ ਘੱਟ ਕਰੋ ਪਰ ਐਡਵਰਟਾਈਜ਼ਮੈਂਟ ਬਹੁਤ ਕਰੋ ਜੀ। ਉਹੀ ਜਿਹੜਾ ਸਿਸਟਮ ਹੈ ਸਾਡੀਆਂ ਸਰਕਾਰਾਂ ਨੇ ਫੜਿਆ ਹੋਇਆ ਹੈ ਜੀ। ਇਹ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਰਾਹੁਲ ਜੀ ਦੀ ਲੋੜ ਤਾਂ ਹੁਣ ਬਿਹਾਰ 'ਚ ਹੈ ਜੀ, ਪਰ ਹੁਣ ਪੰਜਾਬ 'ਚ ਆਉਣ ਦੀ ਵੀ ਲੋੜ ਨਹੀਂ ਪੈਂਦੀ, ਹਾਜ਼ਰੀ ਉਦੋਂ ਬਿਨਾਂ ਹੀ ਲੱਗ ਜਾਂਦੀ ਹੈ ਜੀ। ਇਹ ਵੀ ਜਿਹੜਾ ਹੁਣ ਇਹਨਾਂ ਨੇ ਕੀਤਾ ਹੈਗਾ ਇਹਦਾ ਸ਼ੁਰੂਆਤ, ਰਾਹੁਲ ਜੀ ਤਾਂ ਦਿੱਲੀ 'ਚ ਬੈਠੇ ਸੀ, ਕੈਪਟਨ ਸਾਹਿਬ ਚੰਡੀਗੜ੍ਹ 'ਚ ਬੈਠੇ ਸੀ, ਬਾਜਵਾ ਸਾਹਿਬ ਕਿਤੇ ਹੋਰ ਬੈਠੇ ਸੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਪੰਚਾਇਤ ਜਾਖੜ ਸਾਹਿਬ ਕਿਤੇ ਹੋਰ ਬੈਠੇ ਸੀ। ਇਹ ਸਾਰਿਆਂ ਨੂੰ ਇਕੱਠਾ ਕਰਕੇ ਇਹਨਾਂ ਨੇ 1500 ਥਾਂ ਤੇ ਇੱਕੋ ਸਮੇਂ ਤੇ ਜਿਹੜੀ ਹੈਗੀ ਇਹਦੀ ਸ਼ੁਰੂਆਤ ਕੀਤੀ ਹੈ ਜੀ। ਚਲੋ ਆਈਡੀਆ ਬਹੁਤ ਅੱਛਾ ਇਹ, ਜੇ ਪਿੰਡਾਂ ਨੂੰ ਸਮਾਰਟ ਬਣਾਇਆ ਜਾਵੇ ਤਾਂ ਬਹੁਤ ਸੋਹਣੀ ਗੱਲ ਹੈ। ਜਿਹੜੀ ਇਹਨਾਂ ਨੇ ਗੱਲ ਵੀ ਕੀਤੀ ਹੈ ਕਿ ਪਹਿਲਾ ਫੇਜ਼ ਸੀਗਾ ਉਹਦੇ 'ਚ 835 ਕਰੋੜ ਰੁਪਈਆ ਅਸੀਂ ਜਿਹੜਾ ਹੈਗਾ ਇਹਦੇ 'ਚ ਲਾਇਆ ਹੈ। ਹੁਣ 2774 ਕਰੋੜ ਕਿ 2775 ਕਰੋੜ ਦੇ ਕਰੀਬ ਹੁਣ ਫਿਰ ਜਿਹੜਾ ਸੈਕੰਡ ਫੇਜ਼ ਹੈ ਉਹਦੇ 'ਚ ਲਾਉਣਾ ਹੈ। ਬਹੁਤ ਵਧੀਆ ਗੱਲ ਹੈ। ਦੂਜੀ ਇਹਦੇ ਜਿਹੜੀ ਚੰਗੀ ਗੱਲ ਇਹ ਹੈ ਵੀ ਇਹਦੇ 'ਚ ਜਿਹੜੇ ਫੈਸਲੇ ਹੈ
ਉਹ ਪਿੰਡਾਂ ਦੀਆਂ ਪੰਚਾਇਤਾਂ ਤੇ ਛੱਡਤੇ ਵੀ ਉਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਕੀ ਜ਼ਰੂਰਤ ਹੈ, ਕਿਹੜਾ ਕੰਮ ਕਰਾਉਣਾ ਹੈਗਾ। ਉਹ ਫਿਕਸਡ ਨਹੀਂ ਹੈ ਵੀ ਸਾਰੇ ਪਿੰਡਾਂ ਦੇ ਵਿੱਚ ਆਹੀ ਕੰਮ ਕਰਾਉਣਾ ਹੈ। ਉਹ ਜਿਹੇ ਜਿਹਾ ਕੰਮ ਕਿਸੇ ਪਿੰਡ 'ਚ ਲੋੜ ਹੈ, ਕਿਉਂਕਿ ਹਰੇਕ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੈ, ਉਹਦੇ ਹਿਸਾਬ ਨਾਲ ਕੀਤਾ ਜਾਣਾ ਹੈ। ਇਹ ਬੜਾ ਅੱਛਾ ਆਈਡੀਆ ਹੈ। ਪਰ ਜੇ ਆਪਾਂ ਦੂਜੇ ਪਾਸੇ ਜਾਂਦੇ ਹਾਂ ਵੀ ਜੇ ਬੜੀ ਵੱਡੀ ਅਮਾਊਂਟ ਲੱਗਦੀ ਹੈ ਦੇਖਣ ਨੂੰ 2775 ਕਰੋੜ, ਪਰ ਨਾਲ ਇਹ ਵੀ ਕਿਹਾ ਗਿਆ ਵੀ ਇਹ 13,000 ਪਿੰਡਾਂ ਦੇ ਵਿੱਚ ਅਸੀਂ ਕੰਮ ਕਰਨਾ ਹੈ ਅਤੇ 50,000 ਪ੍ਰੋਜੈਕਟ ਨੇ ਜਿਹੜੇ ਉਹ ਇਹਦੇ 'ਚ ਅੰਡਰਟੇਕ ਕੀਤੇ ਜਾਣਗੇ। ਅੱਛਾ ਜੀ। ਉਸ ਹਿਸਾਬ ਨਾਲ ਜੇ ਦੇਖੀਏ ਤਾਂ ਇੱਕ ਪ੍ਰੋਜੈਕਟ ਤੇ ਜੇ 50,000 ਪ੍ਰੋਜੈਕਟ ਤੇ 2775 ਕਰੋੜ ਲਾਉਣਾ ਹੈ ਤਾਂ 5.5 ਲੱਖ ਦੇ ਆਸੇ-ਪਾਸੇ ਖਰਚਾ ਇੱਕ ਪ੍ਰੋਜੈਕਟ ਤੇ ਆਊਗਾ। ਬਿਲਕੁਲ। ਤੇ ਇੱਕ ਪਿੰਡ ਨੂੰ ਤਕਰੀਬਨ 20-22 ਲੱਖ ਰੁਪਈਆ ਆਊਗਾ। ਠੀਕ ਹੈ ਜੀ। ਤੇ ਉਹਦੇ ਹਿਸਾਬ ਨਾਲ ਤੁਸੀਂ ਦੇਖੋ ਜੇ 20-22 ਲੱਖ ਰੁਪਈਏ ਦੇ ਨਾਲ ਇੱਕ ਪਿੰਡ ਦਾ ਕਿੰਨਾ ਕੁ ਸੰਵਰ ਜੂਗਾ, ਜਾਂ 5.5 ਲੱਖ ਦੇ ਵਿੱਚ ਕਿੱਡਾ ਕੁ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਉਹ ਸਿਰੇ ਲੱਗ ਜੂਗਾ। ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਜੀ। ਇਦੋਂ ਬੈਟਰ ਇਹਦੇ 'ਚ ਇਹ ਹੋ ਸਕਦਾ ਸੀਗਾ ਬਈ ਇਹ ਜਾਂ ਤਾਂ ਪਿੰਡਾਂ ਦੀ ਗਿਣਤੀ ਘੱਟ ਰੱਖ ਲੈਂਦੇ ਜੀ ਇਸ ਫੇਜ਼ ਦੇ ਵਿੱਚ, ਨਾਲ ਹੀ ਪ੍ਰੋਜੈਕਟਸ ਦੀ ਵੀ ਗਿਣਤੀ ਜਿਹੜੀ ਹੈਗੀ ਉਹ ਘੱਟ ਰੱਖ ਲੈਂਦੇ ਜੀ। ਪ੍ਰੋਜੈਕਟ ਜਿਹੜੇ ਬੜੇ ਵਧੀਆ ਨੇ, ਚਾਹੇ ਉਹ ਸੈਨੇਟਰੀ ਦੇ ਨਾਲ ਕਨੈਕਟਡ ਨੇ, ਨਾਲੀਆਂ ਪੱਕੀਆਂ ਕਰਨ ਦੇ ਹੈ, ਗਲੀਆਂ ਪੱਕੀਆਂ ਕਰਨ ਦੇ ਹੈ, ਸ਼ਮਸ਼ਾਨ ਘਾਟ ਨੂੰ ਬਿਊਟੀਫਾਈ ਅਤੇ ਚੰਗੇ ਉਹਦੇ ਹਾਲਾਤ ਬਣਾਉਣ ਦੇ ਬਾਰੇ ਹੈਗੇ ਹੈ, ਅਤੇ ਵਾਟਰ ਸਪਲਾਈ ਬਾਰੇ ਹੈ, ਸੀਵਰੇਜ ਬਾਰੇ ਹੈ, ਈਵਨ ਜਿਮ ਬਣਾਉਣ ਦੇ ਹੈਗੇ ਹੈ। ਪ੍ਰੋਜੈਕਟ ਬਹੁਤ ਵਧੀਆ ਨੇ, ਪਰ ਇਹਨਾਂ ਪ੍ਰੋਜੈਕਟਸ ਦੀ ਥੋੜ੍ਹੀ ਜਿਹੀ ਗਿਣਤੀ ਘਟਾ ਲਈ ਜਾਵੇ ਜਾਂ ਪਿੰਡਾਂ ਦੀ ਗਿਣਤੀ ਘਟਾ ਲਈ ਜਾਵੇ ਤਾਂ ਕਿ ਉਹ ਪਰ ਪ੍ਰੋਜੈਕਟ ਅਤੇ ਪਰ ਪਿੰਡ ਜਿਹੜਾ ਹੈਗਾ ਅਮਾਊਂਟ ਉਹ ਵੱਧ ਜਾਵੇ ਅਤੇ ਇਹਦੇ ਨਾਲ ਕੰਮ ਠੀਕ ਹੋ ਜੂ। ਹਾਂ, ਜੇ ਅਸੀਂ ਸਿਰਫ ਇਹਨੂੰ ਇੱਕ ਪ੍ਰੋਪੇਗੰਡੇ ਦਾ ਹੀ ਜ਼ਰੀਆ ਰੱਖਣਾ ਹੈ, ਫਿਰ ਜਿੰਨੇ ਵੱਧ ਪਿੰਡ ਪਾਉਣੇ ਆ, ਜਿੰਨੇ ਕਹਿਣ ਨੂੰ 50,000 ਪ੍ਰੋਜੈਕਟ ਹੋਣੇ ਚਾਹੀਦੇ ਆ, 13,000 ਦੇ ਚਾਹੇ 15,000 ਪਿੰਡ ਕਹਿ ਲਓ, ਲੱਖ ਪ੍ਰੋਜੈਕਟ ਕਰ ਦਿਓ, ਉਹਦਾ ਕੋਈ ਫਾਇਦਾ ਨਹੀਂਗਾ। ਇਹਨੂੰ ਪ੍ਰੈਕਟੀਕਲ ਰੂਪ ਦੇਣਾ ਚਾਹੀਦਾ। ਪਹਿਲੀ ਗੱਲ ਚੰਗੀ ਹੈ ਕਿ ਪਿੰਡਾਂ ਨੂੰ ਆਪਣੀ ਜਿਹੜੀ ਚੀਜ਼ ਹੈ ਉਹਦੇ ਹਿਸਾਬ ਨਾਲ ਕਰਨ ਨੂੰ ਇਹ ਜਿਹੜਾ ਕਿਹਾ ਗਿਆ ਉਹ ਚੰਗਾ ਹੈਗਾ। ਠੀਕ ਹੈ ਜੀ। ਕੀ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਪਾਰਟੀਬਾਜ਼ੀ ਹੁੰਦੀ ਹੈ ਜਾਂ ਇਸ ਤਰ੍ਹਾਂ ਦਾ ਸਾਡਾ ਸਰੀਕਾ ਭਾਈਚਾਰਾ ਬਣ ਜਾਂਦਾ ਹੈ ਕਿ ਅਸੀਂ ਇੱਕ ਵਿਅਕਤੀ ਕੁਝ ਕਰਨ ਲੱਗਦਾ ਅਤੇ ਉਸ ਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਪੈਦਾ ਹੋ ਜਾਂਦੇ ਨੇ, ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਖੁਦਮੁਖਤਿਆਰੀ ਦੇ ਦਿੱਤੀ ਜਾਵੇ ਪਿੰਡਾਂ ਨੂੰ ਅਤੇ ਸਹੀ ਤਰੀਕੇ ਨਾਲ ਪੈਸਾ ਲੱਗ ਸਕੇਗਾ? ਇਹਦੇ 'ਚ ਜਿਹੜਾ ਹੁਣ ਹੈਗਾ ਫੈਸਲਾ ਤਾਂ ਪੰਚਾਇਤ ਨੇ ਲੈਣਾ ਹੈ ਜੀ। ਉਹ ਗ੍ਰਾਮ ਸਭਾ ਵਾਲਾ ਪ੍ਰੋਜੈਕਟ ਤਾਂ ਇਹਦੇ 'ਚ ਹੈ ਨਹੀਂਗਾ ਜੀ, ਕਿਉਂਕਿ ਪੰਚਾਇਤ ਜਿਹੜੀ ਹੈਗੀ ਚੰਗਾ ਮਾੜਾ ਕਿਸ ਤਰੀਕੇ ਨਾਲ ਫੈਸਲਾ ਲੈਂਦੀ ਹੈ ਉਹ ਅੱਗੇ ਵੀ ਆਪਾਂ ਨੂੰ ਪਤਾ ਹੀ ਹੈ। ਉਹਦੇ 'ਚ ਕਈ ਵਾਰੀ ਕੀ ਹੁੰਦਾ ਹੈ ਵੀ ਉੱਤੋਂ ਵੀ ਸਲਾਹਾਂ ਆ ਜਾਂਦੀਆਂ ਨੇ, ਜਿਹੜਾ ਉੱਥੇ ਦਾ ਕੋਈ ਮੰਤਰੀ ਹੈ, ਇਲਾਕੇ ਦਾ MLA ਹੈ ਜਾਂ MP ਹੈ, ਉਹਦੇ 'ਚ ਕਈ ਫੈਕਟਰਸ ਆ ਜਾਂਦੇ ਆ ਵੀ ਕਿਹਨੂੰ ਉਹ ਕਿਹੜਾ ਸਮਾਨ ਲਵਾਉਣ ਦੇ ਵਿੱਚ ਲਾਹਾ ਹੁੰਦਾ ਹੈ ਜੀ। ਕਿਉਂਕਿ ਜਿਹੜੇ ਚੀਜ਼ਾਂ ਸਪਲਾਈ ਕੀਤੀਆਂ ਜਾਂਦੀਆਂ ਨੇ, ਚਾਹੇ ਉਹ ਕੰਪਿਊਟਰ ਸਪਲਾਈ ਕਰਨ ਵਾਲੇ ਹੋਣ, ਚਾਹੇ ਉਹ ਜਿਮ ਲਵਾਉਣ ਵਾਲੇ ਹੋਣ, ਅੱਜ ਕੱਲ੍ਹ ਵਪਾਰਕ ਹੋਇਆ ਸਿਸਟਮ ਸਾਰਾ, ਉਹ ਕਿਸੇ ਨਾ ਕਿਸੇ ਬੰਦੇ ਨੂੰ ਫੜ ਕੇ, ਕਿਸੇ ਸਿਆਸਤਦਾਨ ਨੂੰ ਜਾਂ ਕਿਸੇ ਵੱਡੇ ਅਫਸਰ ਨੂੰ, ਉਹ ਆਪਣੇ ਕੰਮ ਦੀ ਚੀਜ਼ ਜਿਹੜੀ ਹੈਗੀ ਉਹਨੂੰ ਪ੍ਰਮੋਟ ਕਰ ਦਿੰਦੇ ਆ। ਉਹਦੇ 'ਚੋਂ ਕਈ ਵਾਰ ਲਗਵਾਉਣ ਵਾਲੇ ਅਫਸਰ ਦਾ ਜਾਂ ਸਿਆਸਤਦਾਨ ਦਾ ਵੀ ਕੋਈ ਨਾ ਕੋਈ ਫਾਇਦਾ ਸੋਚ ਲਿਆ ਜਾਂਦਾ ਹੈ, ਅਤੇ ਉਹ ਇਹ ਜੇ ਦਾ ਪ੍ਰੋਜੈਕਟ ਉਵੇਂ ਬਣਨਗੇ ਫਿਰ ਤਾਂ ਇਹਦਾ ਲਾਹਾ ਬਹੁਤਾ ਨਹੀਂ ਹੋਣਾ। ਜੇ ਅਸਲੀ ਹਾਲਾਤ ਜਿਹੜੇ ਪੰਚਾਇਤਾਂ ਨੇ ਉਹ ਸਹੀ ਸੋਚਣ ਵੀ ਪੈਸਾ ਸਾਡੇ ਪਿੰਡ 'ਚ ਲੱਗਣਾ ਹੈ, ਅਸੀਂ ਇਹਦਾ ਕੋਈ ਸਹੀ ਲਾਹਾ ਲੈ ਲਈਏ, ਫਿਰ ਇਹ ਲਾਹੇਬੰਦ ਚੀਜ਼ ਹੋ ਸਕਦੀ ਹੈ। ਕੁਛ ਨਾ ਕੁਛ ਉਹਦੇ 'ਚ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਵੀ ਉਹ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਯੂਟੀਲਾਈਜੇਸ਼ਨ ਹੋਵੇ, ਅਤੇ ਜਿੰਨਾ ਪੈਸਾ ਉੱਤੋਂ ਸੈਂਕਸ਼ਨ ਹੋ ਕੇ ਆਉਂਦਾ ਹੈ ਉਹ ਜਿਵੇਂ ਪੁਰਾਣਾ ਦੇਖਿਆ ਜਾਂਦਾ ਹੈਗਾ ਵੀ ਥੱਲੇ ਪਹੁੰਚਦੇ ਉਹ ਅੱਧ ਕੁ 'ਤੇ ਆ ਜਾਂਦਾ ਹੈ, ਵੀ ਉਹਦੀ ਜਿੰਨੀ ਮੈਕਸੀਮਮ ਯੂਟੀਲਾਈਜੇਸ਼ਨ ਹੋ ਜਾਵੇ ਉਹ ਪਿੰਡਾਂ ਦਾ ਲਾਹਾ ਤਾਂ ਹੀ ਇਹਦੇ 'ਚੋਂ ਪੂਰਾ ਨਿਕਲ ਸਕਦਾ ਹੈ। ਪੰਜਾਬ ਦੇ ਵਿੱਚ ਜ਼ਾਹਿਰਾ ਤੌਰ 'ਤੇ ਰਾਜਨੀਤਿਕ ਪਾਰਟੀਆਂ ਜਿਹੜਾ ਆਉਣ ਵਾਲਾ ਚੋਣਾਂ ਦਾ ਮਾਹੌਲ ਬਣੇਗਾ ਆਉਣ ਵਾਲੇ ਸਾਲ ਦੇ ਵਿੱਚ, ਉਸ 'ਤੇ ਨਿਗਾਹ ਰੱਖ ਰਹੀਆਂ ਨੇ। ਕਾਂਗਰਸ ਵੱਲੋਂ ਇਹ ਸਮਾਰਟ ਪਿੰਡਾਂ ਦੀ ਸ਼ੁਰੂਆਤ ਕੀਤੀ ਗਈ ਆ, ਅਕਾਲੀ ਦਲ ਵੱਲੋਂ BJP ਦਾ ਸਾਥ ਛੱਡ ਦਿੱਤਾ ਗਿਆ ਔਰ ਉਹ ਰੈਲੀਆਂ ਕੀਤੀਆਂ ਗਈਆਂ ਨੇ, ਆਮ ਆਦਮੀ ਪਾਰਟੀ ਆਪਣੇ ਤੌਰ 'ਤੇ ਜ਼ੋਰ ਲਾ ਰਹੀ ਹੈ। ਇਹਨਾਂ ਸਾਰੀਆਂ ਪਾਰਟੀਆਂ ਦੇ ਪੰਜਾਬ ਪੱਧਰ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪਤਲੀ ਹਾਲਤ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਵੀ ਹਾਲਾਂਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੀ ਹਮਦਰਦੀ ਹਾਸਲ ਕਰ ਸਕੀਏ, ਚਾਹੇ ਉਹ ਕਿਸਾਨੀ ਦਾ ਮੁੱਦਾ ਹੈ ਜਾਂ ਕੋਈ ਹੋਰ ਮੁੱਦਾ ਹੈ, ਅਤੇ ਉਹਨਾਂ ਵੱਲੋਂ ਸਿੱਖ ਚਿਹਰੇ ਜਿਹੜੇ ਆ ਉਹ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੀ ਕਿਸੇ ਦਾ ਨਾਮ ਆਉਂਦਾ ਹੈ, ਕਦੀ ਕਿਸੇ ਦਾ ਨਾਮ ਆਉਂਦਾ ਹੈ। ਕੌਮੀ ਬੁਲਾਰੇ ਬਣਾਏ ਗਏ ਨੇ, ਇਕਬਾਲ ਸਿੰਘ ਲਾਲਪੁਰਾ ਜੀ ਨੂੰ ਸਾਬਕਾ ਪੁਲਿਸ ਅਫਸਰ ਨੇ ਉਹ ਪੰਜਾਬ ਦੇ। ਇਸ ਤੋਂ ਇਲਾਵਾ ਕੁਛ ਇਹਨਾਂ ਦੇ ਅਹੁਦੇਦਾਰ ਜਿਹੜੇ ਨੇ ਉਹ ਛੱਡ ਕੇ ਜਾ ਰਹੇ ਨੇ ਔਰ ਜਨਰਲ ਸਕੱਤਰ ਵੱਲੋਂ ਅਸਤੀਫਾ ਦਿੱਤਾ ਗਿਆ, ਉਹਦੇ ਬਾਰੇ ਸਾਨੂੰ ਦੱਸੋ। ਦੇਖੋ, ਇਹ ਤਾਂ ਕਾਫੀ ਦੇਰ ਤੋਂ BJP ਇਸ ਚੀਜ਼ 'ਚ ਲੱਗੀ ਹੋਈ ਸੀ
ਵੀ ਜੇ ਪੰਜਾਬ ਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਆਪਣੇ ਤੌਰ ਤੇ ਇਲੈਕਸ਼ਨ ਲੜੀਏ, ਕਿਉਂਕਿ ਉਹਨਾਂ ਨੂੰ ਪਿਛਲੀ ਵਾਰੀ ਇਹ ਮਹਿਸੂਸ ਹੋਇਆ ਸੀ ਵੀ ਸ਼ਾਇਦ ਅਕਾਲੀ ਦਲ ਦਾ ਜਿਹੜਾ ਚਿਹਰਾ ਹੈ, ਖਾਸ ਕਰਕੇ ਡਰੱਗਸ ਦੇ ਵਿੱਚ ਕੁਝ ਨਾਂ ਜੁੜੇ ਸੀਗੇ, ਉਹਦੇ ਕਰਕੇ ਸਾਨੂੰ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਜੀ। ਉਸ ਚੀਜ਼ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਸ਼ੁਰੂ ਕੀਤੀ ਸੀ ਵੀ ਅਸੀਂ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਤੌਰ ਤੇ ਇਲੈਕਸ਼ਨ ਲੜਨ ਦੇ ਲਈ ਤਿਆਰੀ ਸ਼ੁਰੂ ਕਰੀਏ ਜੀ। ਉਹ ਚੀਜ਼ ਨੂੰ ਸੋਚ ਕੇ ਇਹਨਾਂ ਨੇ ਸਿੱਖ ਚਿਹਰਿਆਂ ਨੂੰ ਮੂਹਰੇ ਲਿਆਉਣਾ ਸ਼ੁਰੂ ਕੀਤਾ ਸੀ। ਪਰ ਹੁਣ ਜਿਹੜਾ ਕਿਸਾਨੀ ਦੇ ਮੁੱਦੇ ਦੇ ਉੱਤੇ ਜੋ ਇਹਨਾਂ ਦਾ ਸਟੈਂਡ ਹੈ, ਇੱਕ ਤਾਂ ਪਹਿਲਾਂ ਗਲਤ ਬਿੱਲ ਲਿਆਉਣੇ, ਫਿਰ ਢੀਠਥਾਈ ਦੇ ਨਾਲ ਉਹਨਾਂ ਦੇ ਉੱਤੇ ਅੜਨਾ, ਕਿਸਾਨਾਂ ਦੀ ਬਿਲਕੁਲ ਪਰਵਾਹ ਨਾ ਕਰਨੀ, ਉਹਦੇ ਨਾਲ ਇਹਨਾਂ ਦਾ ਜਿਹੜਾ ਖਾਸ ਕਰਕੇ ਪਿੰਡਾਂ ਦੇ ਵਿੱਚ ਬੇਸ ਹੈ ਉਹ ਪਹਿਲਾਂ ਹੀ ਜੋ ਘੱਟ ਸੀਗਾ ਉਹਨੂੰ ਹੋਰ ਖੋਰਾ ਲੱਗਿਆ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਜਨਰਲ ਸਕੱਤਰ ਦੀ, ਮਲਵਿੰਦਰ ਸਿੰਘ ਕੰਗ, ਇਹਨਾਂ ਨੇ ਹੁਣ ਅਸਤੀਫਾ ਦਿੱਤਾ ਹੈ ਜਨਰਲ ਸਕੱਤਰ ਨੇ ਮੁੱਢਲੀ ਮੈਂਬਰਸ਼ਿਪ ਤੋਂ। ਉਹਨਾਂ ਨੇ ਕਿਹੜੀ ਗੱਲ ਤੋਂ? ਉਹਨਾਂ ਨੇ ਇਹੀ ਕਿਸਾਨੀ ਮੁੱਦੇ ਦੇ ਉੱਤੇ ਦਿੱਤਾ। ਬੜਾ ਉਹ ਮੁੰਡਾ ਪੁਰਾਣਾ ਹੈਗਾ, ਥੱਲਿਓਂ ਉੱਠਿਆ, ਕਿਉਂਕਿ ਪਹਿਲਾਂ ਉਹ ਸਟੂਡੈਂਟ ਲੀਡਰ ਰਿਹਾ, ਪੰਜਾਬ ਯੂਨੀਵਰਸਿਟੀ ਦਾ ਵੀ ਪ੍ਰਧਾਨ ਰਿਹਾ, ਉਸ ਤੋਂ ਬਾਅਦ ਸੈਨੇਟਰ ਵੀ ਰਿਹਾ, ਤੇ ਉਹਨੂੰ ਗਿਣਿਆ ਜਾਂਦਾ ਸੀਗਾ ਕਿ ਜਿਹੜੇ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਜੀ, ਉਹਨਾਂ ਦੀ ਇਹ ਸੱਜੀ ਬਾਂਹ ਹੈ। ਪਰ ਉਹਨੇ ਹੁਣ ਜਿਹੜਾ ਇੱਕ ਤਾਂ ਅਸਤੀਫਾ ਦੇਣਾ ਉਹਦਾ, ਉਸ ਹਾਲਾਤ ਜਦੋਂ ਇਹ ਸਿੱਖ ਚਿਹਰੇ ਲੱਭ ਰਹੇ ਆ, ਇੱਕ ਵਧੀਆ ਸਿੱਖ ਚਿਹਰੇ ਦਾ ਇਹਨਾਂ ਨੂੰ ਛੱਡ ਜਾਣਾ, ਤੇ ਖਾਸ ਕਰਕੇ ਜਿਹੜੇ ਉਹਨੇ ਖੁਲਾਸੇ ਕੀਤੇ ਆ ਉਹ ਵੀ ਬੀਜੇਪੀ ਦੀ ਜਿਹੜੀ ਅੰਦਰੀ ਹਾਲਾਤ ਹੈ ਉਹਨੂੰ ਬੜਾ ਸਪਸ਼ਟ ਕਰਦੇ ਆ। ਉਹ ਦੱਸਦਾ ਹੈ ਕਿ ਇਹਦੇ 'ਚ ਮੇਰਾ ਦਮ ਘੁੱਟਣ ਵਾਲੇ ਹਾਲਾਤ ਹੋਏ ਸੀਗੇ ਵੀ, ਕਿਉਂਕਿ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ, ਈਵਨ ਪ੍ਰਧਾਨ ਵੀ, ਇਹਨਾਂ 'ਚੋਂ ਕੋਈ ਜੁਰਤ ਨਹੀਂ ਰੱਖਦਾ ਕਿ ਉਹ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਬੀਜੇਪੀ ਦੀ, ਉਹਦੇ ਸਾਹਮਣੇ ਕੋਈ ਉਹ ਸਹੀ ਗੱਲ ਰੱਖ ਸਕੇ। ਇੱਥੋਂ ਤੱਕ ਹਾਲਾਤ ਮਾੜੇ ਨੇ। ਸਿਰਫ ਇਹਨਾਂ ਕੋਲ ਇੱਕੋ ਏਜੰਡਾ ਹੈ, ਇਹੀ ਕਹਿ ਸਕਦੇ ਆ ਵੀ ਮੋਦੀ ਜੀ ਜੋ ਕਰਦੇ ਆ ਉਹ ਠੀਕ ਹੈ, ਬਸ ਇਦੋਂ ਬਿਨਾਂ ਹੋਰ ਕੋਈ ਏਜੰਡਾ ਨਹੀਂ। ਉਹ ਕਹਿੰਦਾ ਵੀ ਮੈਂ ਜਿਹੜੀ ਉਹਨੇ ਆਹ ਗੱਲ ਦੱਸੀ ਹੈ ਉਹ ਬਹੁਤ ਹੀ ਮਤਲਬ ਅਜੀਬ ਹਾਲਾਤ ਦੱਸਦੇ ਆ। ਉਹ ਕਹਿੰਦਾ ਵੀ ਜਦੋਂ ਮੈਂ ਕਿਸਾਨਾਂ ਦੀ ਗੱਲ ਕੀਤੀ ਵੀ ਇਹ ਬਿੱਲ ਜਿਹੜੇ ਹੈਗੇ ਇਹ ਗਲਤ ਨੇ, ਇਹ ਸਾਨੂੰ ਇਸ ਲੈਵਲ 'ਤੇ ਇਹਦੇ 'ਤੇ ਸਟੈਂਡ ਨਹੀਂ ਲੈਣਾ ਚਾਹੀਦਾ, ਤਾਂ ਜਿਹੜੇ ਇੱਕ ਜਨਰਲ ਸਕੱਤਰ ਨੇ ਬੀਜੇਪੀ ਦੇ ਨੈਸ਼ਨਲ, ਆਪਣੇ ਚੁੱਗ ਸਾਹਿਬ ਜੀ, ਤਰੁਣ ਚੁੱਗ ਜੀ, ਉਹਨਾਂ ਨੇ ਕਹਿੰਦੇ ਮੈਨੂੰ ਇੱਥੋਂ ਤੱਕ ਕਿਹਾ ਵੀ ਤੂੰ ਪਾਕਿਸਤਾਨ ਦੀ ਬੋਲੀ ਬੋਲਦਾ ਹੈ। ਇਹਦਾ ਮਤਲਬ ਬੀਜੇਪੀ ਦੇ ਅੰਦਰਲੇ ਸਰਕਲਸ ਦੇ ਵਿੱਚ ਕਿਸਾਨਾਂ ਦੇ ਮੁੱਦੇ ਨੂੰ ਪਾਕਿਸਤਾਨ ਦੇ ਬਰਾਬਰ ਰੱਖਿਆ ਜਾ ਰਿਹਾ ਜੀ। ਜਿਸ ਤਰ੍ਹਾਂ ਦਾ ਪਾਕਿਸਤਾਨ ਦੇ ਨਾਲ ਸਾਡੀ ਦੁਸ਼ਮਣੀ ਦਾ ਇੱਕ ਰਿਸ਼ਤਾ ਹੈ, ਕੀ ਕਿਸਾਨਾਂ ਦੇ ਨਾਲ ਵੀ ਇਸ ਦਾ ਉਹੀ ਦੁਸ਼ਮਣੀ ਵਾਲਾ ਰਿਸ਼ਤਾ ਹੈ? ਇਹ ਬੜੀ ਵੱਡੀ ਗੱਲ ਹੈ। ਉਹਨਾਂ ਨੇ ਇਹ ਖੁਲਾਸਾ ਵੀ ਕੀਤਾ ਆਪਣੇ ਰੈਜ਼ਿਗਨੇਸ਼ਨ ਦੇ ਨਾਲ। ਤੇ ਇਹ ਜਿਹੜਾ ਹੈਗਾ ਬੀਜੇਪੀ ਦੇ ਲਈ, ਖਾਸ ਕਰਕੇ ਜਿਹੜਾ ਹੁਣ ਸਿੱਖਾਂ ਦੇ ਵਿੱਚ ਇੱਕ ਨਵਾਂ ਉਹ ਆਪਣਾ ਬੇਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹਦੇ ਵਿੱਚ ਕਾਫੀ ਢਾਲ ਲੱਗੂਗੀ ਇਹਦੇ 'ਚ। ਠੀਕ ਹੈ ਜੀ, ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ। 2-3 ਬਹੁਤ ਅਹਿਮ ਗੱਲਾਂ ਬਾਤਾਂ ਕਰਨੀਆਂ ਨੇ, ਜਿਸ ਵਿੱਚ ਕਸ਼ਮੀਰ ਦੇ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰੀ ਉੱਥੇ ਦੇ ਆਗੂ ਜਿਹੜੇ ਨੇ ਕੁਝ ਖੁੱਲ੍ਹ ਕੇ ਬੋਲ ਰਹੇ ਨੇ। ਕੀ ਬੋਲ ਰਹੇ ਨੇ ਇਸ ਬਾਰੇ ਗੱਲਬਾਤ ਕਰਾਂਗੇ, ਤੇ ਕੁਝ ਹੋਰ ਮੁੱਦੇ ਨੇ ਇੱਕ ਬ੍ਰੇਕ ਤੋਂ ਬਾਅਦ। ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ। ਗਰੇਵਾਲ ਸਾਹਿਬ, ਜੰਮੂ ਕਸ਼ਮੀਰ ਦੀ ਗੱਲਬਾਤ ਕਰਦੇ ਹਾਂ। ਸਾਡਾ ਗੁਆਂਢੀ ਸੂਬਾ ਹੈ ਔਰ ਮੋਦੀ ਸਾਹਿਬ ਨੇ ਸਾਲ ਤੋਂ ਉੱਪਰ ਸਮਾਂ ਹੋ ਗਿਆ ਕਿ ਉੱਥੇ ਆਰਟੀਕਲ 370 ਨੂੰ ਖਤਮ ਕਰਕੇ ਵਿਸ਼ੇਸ਼ ਰਾਜ ਦਾ ਜਿਹੜਾ ਦਰਜਾ ਸੀ ਉਸ ਨੂੰ ਖਤਮ ਕਰ ਦਿੱਤਾ, ਉਸ ਦੇ ਟੋਟੇ ਵੀ ਕਰ ਦਿੱਤੇ। ਬੋਲੀਆਂ ਦੇ ਮਾਮਲੇ ਵਿੱਚ ਵੀ ਜਿਹੜੀਆਂ ਅਧਿਕਾਰਤ ਬੋਲੀਆਂ ਸੀ ਉਸ ਦੇ ਮਾਮਲੇ ਵਿੱਚ ਵੀ ਬਦਲਾਅ ਕੀਤਾ ਗਿਆ, ਪੰਜਾਬੀ ਨੂੰ ਬਾਹਰ ਕੱਢ ਦਿੱਤਾ ਗਿਆ। ਪੂਰਨ ਤੌਰ 'ਤੇ ਉੱਥੇ ਜਿਹੜਾ ਕੰਟਰੋਲ ਹੈ ਉਹ ਕੇਂਦਰ ਸਰਕਾਰ ਦਾ ਇਸ ਵੇਲੇ ਹੈ ਔਰ ਉੱਥੇ ਦੇ ਜਿਹੜੇ ਆਗੂ ਰਹੇ ਨੇ, ਸਾਬਕਾ ਮੁੱਖ ਮੰਤਰੀ ਰਹੇ ਨੇ, ਉਹਨਾਂ ਨੂੰ ਅੰਦਰ ਬੰਦ ਕਰਕੇ ਰੱਖਿਆ ਗਿਆ, ਨਜ਼ਰਬੰਦ ਕਰਕੇ ਰੱਖਿਆ ਗਿਆ। ਉਹਨਾਂ ਕੋਲ ਇੰਟਰਨੈਟ ਦਾ ਐਕਸੈਸ ਵੀ ਨਹੀਂ ਸੀ ਔਰ ਹੌਲੀ ਹੌਲੀ ਉਹਨਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਅਤੇ ਉਹ ਕੁਝ ਬੋਲਣ ਲੱਗੇ ਨੇ ਸਰਕਾਰ ਦੇ ਖਿਲਾਫ ਜਾਂ ਆਪਣੇ ਹੱਕਾਂ ਦੇ ਹੱਕ ਵਿੱਚ। ਤੁਸੀਂ ਇਸ ਬਾਰੇ ਕੀ ਦੱਸਣਾ ਚਾਹੋਗੇ? ਕੁਝ ਜਿਵੇਂ ਪਿਛਲੇ ਸਾਲ 5 ਅਗਸਤ ਨੂੰ ਜਦੋਂ ਇਹਨਾਂ ਨੇ 370 ਆਰਟੀਕਲ ਖਤਮ ਕੀਤਾ ਜੀ, ਅਤੇ ਇਹਦੇ 'ਚ ਬਣਾਇਆ ਹੈਗਾ ਇਹਨੂੰ UT ਜੀ, ਉਸ ਦਿਨ ਤੋਂ ਬਾਅਦ ਤਕਰੀਬਨ ਸਾਰੇ ਜਿਹੜੇ ਵੱਡੇ ਲੀਡਰ ਨੇ ਕਸ਼ਮੀਰ ਦੇ ਉਹ ਅੰਦਰ ਕੀਤੇ ਹੋਏ ਸੀਗੇ ਅਤੇ ਉਹਨਾਂ ਨੂੰ ਹੌਲੀ ਹੌਲੀ ਛੱਡਣਾ ਸ਼ੁਰੂ ਕੀਤਾ ਸੀਗਾ। ਸਭ ਤੋਂ ਅਖੀਰ 'ਚ ਮਹਿਬੂਬਾ ਮੁਫਤੀ ਜਿਹੜੀ ਪਹਿਲਾਂ ਹੁਣ ਚੀਫ ਮਿਨਿਸਟਰ ਰਹੀ ਹੈ, ਉਹਨੂੰ ਹੁਣ ਲਾਸਟ ਛੱਡਿਆ ਪਿਛਲੇ ਹਫ਼ਤੇ ਜੀ। ਉਸ ਤੋਂ ਬਾਅਦ ਫਿਰ ਗੱਲ ਸ਼ੁਰੂ ਹੋਈ ਉਮਰ ਫਾਰੂਕ ਅਤੇ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ, ਇਹ ਉਹਦੇ ਘਰੇ ਜਾ ਕੇ ਉਹਦੀ ਖਬਰ ਲੈ ਕੇ ਆਏ ਆ। ਫਿਰ ਸਜਾਦ ਲੋਨ ਨੇ ਉਹ ਵੀ ਜਾ ਕੇ ਉਹਦੀ ਖਬਰ ਹਾਲ ਚਾਲ ਪੁੱਛ ਕੇ ਆਏ ਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਮੀਟਿੰਗ ਰੱਖੀ। ਅੱਛਾ ਜੀ, ਜਿਹੜਾ ਪਹਿਲਾਂ 4 ਅਗਸਤ ਨੂੰ ਪਿਛਲੇ ਸਾਲ ਇਹ 370 ਖਤਮ ਹੋਣ ਤੋਂ ਪਹਿਲਾਂ ਜੀ ਇੱਕ ਇਹਨਾਂ ਨੇ ਗੁਪਕਰ ਡੈਕਲਰੇਸ਼ਨ ਕੀਤੀ ਸੀ
ਅੱਛਾ ਕਿ ਜੀ। ਅਸੀਂ 300 ਆਰਟੀਕਲ ਜਿਹੜਾ 370 ਹੈ ਇਹਦੇ ਤੇ ਅਸੀਂ ਡਿਟਰਮਿੰਡ ਰਹਾਂਗੇ, ਇਹਦੇ ਲਈ ਅਸੀਂ ਲੜਾਂਗੇ ਜੀ। ਉਹ ਹੁਣ ਇਹਨਾਂ ਨੇ ਕੀਤਾ ਹੈਗਾ, ਇੱਕ ਅਲਾਇੰਸ ਬਣਾਇਆ ਹੈਗਾ, ਪੀਪਲਜ਼ ਅਲਾਇੰਸ ਫॉर ਗੋਪਕਰ ਡੈਕਲੇਰੇਸ਼ਨ, ਵੀ ਉਹਨੂੰ ਅਸੀਂ ਰਾਖੀ ਕਰਨ ਦੇ ਲਈ ਹੁਣ ਵੀ ਅਸੀਂ ਲੜਾਈ ਕਰਦੇ ਰਹਾਂਗੇ ਜੀ। ਉਹਦੇ 'ਚ ਇੱਕ ਤਾਂ ਇਹ ਨੈਸ਼ਨਲ ਕਾਨਫਰੰਸ ਜਿਹੜੀ ਹੈਗੀ ਫਰੂਕ ਅਬਦੁੱਲਾ ਜੀ ਦੀ, ਤੇ ਉਹਨਾਂ ਦੇ ਨਾਲ ਆ ਗਈ ਫਿਰ PDP ਜਿਹਦੇ 'ਚ ਇਹ ਪ੍ਰਧਾਨ ਹੈਗੀ ਹੈ ਮਹਿਬੂਬਾ ਮੁਫਤੀ ਜੀ, ਤੇ ਹੁਰੀਅਤ ਆ ਗਈ। ਸਜਾਦ ਲੋਏ ਨਾਲ, ਨਹੀਂ ਹੁਰੀਅਤ ਇਹਦੇ 'ਚ ਆ ਗਏ, ਸਜਾਦ ਲੋਨ ਵਾਲੀ ਆ ਜੀ, ਗਈ ਜੀ, ਜੀ। ਇਹ ਆ ਗਏ ਨਾਲ, ਫਿਰ ਦੂਸਰੇ ਆ ਗਏ 3-4 ਪਾਰਟੀਆਂ ਹੋਰ ਨੇ, CPM ਵੀ ਹੈਗੀ, ਪੀਪਲਜ਼ ਮੂਵਮੈਂਟ ਹੈ, ਤੇ ਇਹ ਸਾਰੀਆਂ ਨੇ ਕਰਕੇ ਇਹ ਕੀਤਾ ਹੈਗਾ ਕਿ ਅਸੀਂ ਉਹਦੇ ਤੇ ਸਟੈਂਡ ਕਰਦੇ ਹਾਂ। ਜੋ ਪਹਿਲੇ ਦਿਨ ਤੱਕ ਸੀਗਾ 5 ਅਗਸਤ ਤੋਂ ਪਹਿਲਾਂ ਤੱਕ ਜੋ ਹਾਲਾਤ ਸੀਗੇ ਉਸ ਥਾਂ ਤੇ ਅਸੀਂ ਸਟੈਂਡ ਕਰਦੇ ਹਾਂ। ਜਿਹੜਾ ਫੈਡਰਲ ਸਿਸਟਮ ਜਿਹੜਾ ਕਸ਼ਮੀਰ ਨੂੰ ਪੂਰਾ ਮਿਲਿਆ ਹੋਇਆ ਸੀਗਾ ਅਧਿਕਾਰ 370 ਦੇ ਅੰਦਰ, ਉਹਦੇ ਲਈ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਉਹ ਹੁਣ ਉਹਨਾਂ ਦਾ ਸੋਚਣਾ ਇਹ ਹੈ ਕਿ ਜਿਹੜਾ 370 ਆਰਟੀਕਲ ਹੈ ਇਹ ਬਹੁਤ ਹੀ ਨਜਾਇਜ਼ ਤਰੀਕੇ ਦੇ ਨਾਲ ਅਨਕੌਂਸਟੀਟਿਊਸ਼ਨਲੀ ਤੇ ਇਲੀਗਲੀ ਜਿਹੜਾ ਹੈਗਾ ਉਹਨੂੰ ਖਤਮ ਕੀਤਾ ਗਿਆ ਜੀ। ਤੇ ਉਸ ਲਈ ਉਹ ਫਿਰ ਇਹਨੂੰ ਲੜ ਰਹੇ ਆ ਵੀ ਇਹ ਇਲੀਗਲ ਤੋੜਿਆ ਗਿਆ, ਅਸੀਂ ਇਹਦੇ ਲਈ ਪੂਰਾ ਲੜਨਾ ਹੈ। ਤੇ ਉਹ ਹੈ ਵੀ ਇੱਥੇ ਸੱਚੇ, ਕਿਉਂਕਿ ਜਿਹੜਾ 370 ਹੈ ਇਹਨੂੰ ਜੇ ਸਹੀ ਦੇਖੀਏ ਤਾਂ ਕਿਸੇ ਤਰੀਕੇ ਵੀ ਇਹਨੂੰ ਤੋੜਿਆ ਨਹੀਂ ਸੀ ਜਾ ਸਕਦਾ, ਖਤਮ ਨਹੀਂ ਸੀ ਕੀਤਾ ਜਾ ਸਕਦਾ। ਈਵਨ ਇਹਦੇ ਪ੍ਰਤੀ ਹਾਈ ਕੋਰਟ ਦੀਆਂ ਜੱਜਮੈਂਟਸ, ਸੁਪਰੀਮ ਕੋਰਟ ਦੀਆਂ ਜੱਜਮੈਂਟਸ ਵੀ ਆਈਆਂ ਹੋਈਆਂ ਸੀ ਵੀ ਇਹ ਪਰਮਾਨੈਂਟ ਫੀਚਰ ਬਣ ਚੁੱਕਿਆ ਹੈ, ਕਿਉਂਕਿ ਇਹਦੇ 'ਚ ਜਦੋਂ ਇਹ ਆਰਟੀਕਲ ਪਾਇਆ ਗਿਆ ਸੰਵਿਧਾਨ ਦੇ ਵਿੱਚ ਉਦੋਂ ਕਸ਼ਮੀਰ ਵਿੱਚ ਰਲਿਆ ਹੈ। ਜਿਹੜੇ ਸਟੇਟਸ ਹਿੰਦੁਸਤਾਨ ਦੇ ਵਿੱਚ ਰਲੀਆਂ ਉਹਦੇ ਲਈ ਇੱਕ ਬੜਾ ਸਪਸ਼ਟ ਕਾਨੂੰਨ ਸੀਗਾ ਕਿ ਉਹ ਆਪਦੀ ਇੱਕ ਕੌਂਸਟੀਚੁਐਂਟ ਅਸੈਂਬਲੀ ਬਣਾਉਣਗੇ, ਆਪ ਦਾ ਕੌਂਸਟੀਟਿਊਸ਼ਨ ਲਿਖਣਗੇ, ਉਹਦੇ ਮੁਤਾਬਕ ਜੋ ਵੀ ਵਾਧਾ ਘਾਟਾ ਕਰਨਾ ਹੈ ਉਹ ਕੌਂਸਟੀਚੁਐਂਟ ਅਸੈਂਬਲੀ ਰਿਕਮੈਂਡ ਕਰੂਗੀ। ਉਸ ਕੌਂਸਟੀਚੁਐਂਟ ਅਸੈਂਬਲੀ ਦੇ ਰਿਕਮੈਂਡ ਹੋਣ ਤੇ ਇੰਡੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸੋਧ ਜਿਹੜੀ ਹੈਗੀ ਉਸ ਸੰਬੰਧੀ ਕੌਂਸਟੀਟਿਊਸ਼ਨ ਦੇ ਵਿੱਚ ਪਾ ਸਕਦਾ ਹੈ। ਤੇ ਇਹਦਾ ਮਤਲਬ 370 ਨੂੰ ਤੋੜਨ ਦਾ ਜਿਹੜਾ ਅਧਿਕਾਰ ਸੀਗਾ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਕੋਲੇ ਸੀ ਜੀ। ਪਰ ਸਿਰਫ ਕੌਂਸਟੀਚੁਐਂਟ ਅਸੈਂਬਲੀ ਆਫ ਜੰਮੂ ਐਂਡ ਕਸ਼ਮੀਰ ਦੇ ਕਹਿਣ ਤੇ। ਕੌਂਸਟੀਚੁਐਂਟ ਅਸੈਂਬਲੀ ਜਿਹੜੀ ਸੀਗੀ ਕਸ਼ਮੀਰ ਦੀ ਇਹ ਜਨਵਰੀ 1957 ਦੇ ਵਿੱਚ ਡਿਸੋਲਵ ਹੋ ਗਈ। ਅੱਛਾ ਜੀ। ਉਦੋਂ ਬਾਅਦ ਸਾਰੀ ਦੁਨੀਆ ਦਾ ਇਹ ਮੰਨਣਾ ਸੀ ਕਿ 370 ਨੂੰ ਤੋੜਨ ਵਾਲੀ ਕੋਈ ਤਾਕਤ ਹੀ ਨਹੀਂ ਰਹੀ, ਕਿਉਂਕਿ ਉਹ ਸਲਾਹ ਜਿਹੜੀ ਦੇਣ ਵਾਲੀ ਬਾਡੀ ਸੀਗੀ ਉਹ ਬਾਡੀ ਹੀ ਖਤਮ ਹੋ ਗਈ ਜੀ। ਇਹਨਾਂ ਨੇ ਹੁਣ ਕੀ ਕੀਤਾ, ਹੌਲੀ ਹੌਲੀ ਪਹਿਲਾਂ ਉਹਨੂੰ ਡਾਇਲਿਊਟ ਕੀਤਾ ਵੀ ਜਿਹੜੇ ਛੋਟੇ ਕਾਨੂੰਨ ਸੀਗੇ ਉਹ ਇਸ ਤਰੀਕੇ ਤੇ ਕਿ ਉਹ ਕਰਨਾ ਅਸੈਂਬਲੀ ਦੇ ਕਹਿਣ ਤੇ। ਉਹ ਅਸੈਂਬਲੀ ਦੇ ਕਹਿਣ ਦੇ ਥਾਂ ਤੇ ਜਦੋਂ ਅਸੈਂਬਲੀ ਭੰਗ ਹੋਈ ਹੁੰਦੀ ਸੀ ਗਵਰਨਰ ਦੇ ਕਹਿਣ ਤੇ ਪ੍ਰਾਈਮ ਮਿਨਿਸਟਰ ਦੀ ਪ੍ਰੈਜ਼ੀਡੈਂਟ ਦੀ ਡੈਕਲੇਰੇਸ਼ਨ ਕਰਕੇ ਉਹ ਲਾਗੂ ਕਰ ਦਿੰਦੇ ਸੀ। ਉਹਦੇ ਨਾਲ ਥੋੜ੍ਹਾ ਜਿਹਾ ਡਾਇਲਿਊਟ ਹੋਇਆ ਰਿਹਾ, ਪਰ ਇੰਨਾ ਡਾਇਲਿਊਟ ਕਦੇ ਵੀ ਨਹੀਂ ਸੀਗਾ ਕਿ 370 ਵੀ ਉਹਦੇ ਥੱਲੇ ਲਿਆ ਕੇ ਤੋੜੀ ਜਾ ਸਕਦੀ ਹੋਵੇ ਜੀ। ਹੁਣ ਜਿਸ ਵਕਤ ਜੰਮੂ ਕਸ਼ਮੀਰ 'ਚ ਅਸੈਂਬਲੀ ਹੋਈ ਨਹੀਂ ਸੀ, ਇਹਨਾਂ ਨੇ ਪਹਿਲੀ ਗੱਲ ਤਾਂ ਉਹ ਚੇਂਜ ਲਿਆਤੀ ਕੌਂਸਟੀਟਿਊਸ਼ਨ ਦੇ ਵਿੱਚ ਕਿ ਅਸੈਂਬਲੀ ਨੂੰ ਪਾਤਾ ਕੌਂਸਟੀਚੁਐਂਟ ਅਸੈਂਬਲੀ ਦੇ ਥਾਂ ਤੇ ਲੈਜਿਸਲੇਟਿਵ ਅਸੈਂਬਲੀ। ਕੌਂਸਟੀਚਿਊਟ ਅਸੈਂਬਲੀ ਬਿਲਕੁਲ ਡਿਫਰੈਂਟ ਚੀਜ਼ ਸੀ ਵੀ ਉਹਦੇ ਥਾਂ ਤੇ ਲੈਜਿਸਲੇਟਿਵ ਅਸੈਂਬਲੀ ਦੀ ਸਿਫਾਰਿਸ਼ ਤੇ। ਦੂਜਾ ਖਰਾਬਾ ਇਹ ਕੀਤਾ ਕਿ ਹੁਣ ਲੈਜਿਸਲੇਟਿਵ ਅਸੈਂਬਲੀ ਵੀ ਭੰਗ ਹੋਈ ਸੀ ਕਿਉਂਕਿ ਸਰਕਾਰ ਭੰਗ ਹੋਈ ਸੀਗੀ, ਉੱਥੇ ਗਵਰਨਰ ਰੂਲ ਸੀ। ਜਿਹੜਾ ਗਵਰਨਰ ਹੈ ਉਹ ਤਾਂ ਕੇਂਦਰ ਦਾ ਹੀ ਲਾਇਆ ਹੁੰਦਾ ਹੈ, ਉਹਨੂੰ ਹੀ ਲੈਜਿਸਲੇਟਿਵ ਅਸੈਂਬਲੀ ਦੀ ਪਾਵਰ ਸਮਝ ਕੇ ਉਹਦੀ ਸਲਾਹ ਤੇ ਪ੍ਰੈਜ਼ੀਡੈਂਟ ਵੱਲੋਂ ਇਹ 370 ਖਤਮ ਕਰਤੀ ਗਈ ਹੈ, ਜਿਹੜੀ ਕਿ ਬਿਲਕੁਲ ਹੀ ਅਨਕੌਂਸਟੀਟਿਊਸ਼ਨਲ ਤੇ ਇਲੀਗਲ ਹੈ। ਪਰ ਮਾੜੀ ਗੱਲ ਇਹ ਹੈ, ਹਾਲਾਂਕਿ ਹਜੇ ਤਾਂ ਚਲੋ ਨਹੀਂ ਹੋਈ, ਪਰ ਆਮ ਜਿਹੜੀਆਂ ਕਿਆਸ ਰਾਈਆਂ ਨੇ ਉਹ ਇਹ ਹੈ ਕਿ ਜਿਹੜੀ ਸਾਡੀ ਸੁਪਰੀਮ ਕੋਰਟ ਜਾਂ ਹੋਰ ਕੋਰਟਸ ਨੇ ਉਹ ਵੀ ਸਰਕਾਰ ਦੀ ਲਾਈਨ ਨੂੰ ਟੋ ਕਰਦੀਆਂ ਹੈ। ਇਸ ਕਰਕੇ ਇਹ ਵੀ ਹੁਣ ਸੋਚਿਆ ਜਾਂਦਾ ਹੈ ਕਿ ਇਹਨੂੰ ਕਿਸੇ ਸਾਡੀ ਕੋਰਟ ਨੇ ਵੀ ਇਲੀਗਲ ਨਹੀਂ ਮੰਨਣਾ, ਇਹਨੂੰ ਮਾਨਤਾ ਦੇ ਦੇਣੀ ਹੈ। ਠੀਕ ਹੈ ਜੀ, ਇਹ ਬੜੀ ਇਹ ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਜੀ, ਜੋ ਦਿੱਲੀ ਪੁਲਿਸ ਦੀ ਗੱਲ ਅਸੀਂ ਕਰਦੇ ਹਾਂ। ਦਿੱਲੀ ਪੁਲਿਸ ਤੇ ਕਈ ਕਿਸਮ ਦੇ ਇਲਜ਼ਾਮ ਲੱਗੇ ਨੇ ਪਿਛਲੇ ਸਾਲਾਂ ਦੇ ਵਿੱਚ। ਆਮ ਆਦਮੀ ਪਾਰਟੀ ਦੇ MLAs ਨੂੰ ਮਾਰਿਆ ਕੁੱਟਿਆ ਵੀ ਗਿਆ, ਉਹਨਾਂ ਤੇ ਕੇਸ ਪਾਏ ਗਏ, ਛੋਟੀਆਂ ਗੱਲਾਂ ਨੇ ਉਹਨਾਂ ਨੂੰ ਕਿੰਨੇ ਦਿਨ ਹਵਾਲਾਤ ਦੇ ਵਿੱਚ ਰੱਖਿਆ ਗਿਆ, ਉਸ ਨੂੰ ਵੀ ਗੈਰ ਕਾਨੂੰਨੀ ਆਖਿਆ ਗਿਆ। ਦਿੱਲੀ ਸਰਕਾਰ ਦੇ ਕੋਲ ਦਿੱਲੀ ਪੁਲਿਸ ਦਾ ਕੰਟਰੋਲ ਨਹੀਂ ਹੈ, ਔਰ ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਜਿਹੜੇ ਉੱਥੇ ਰਾਈਟਸ ਹੋਏ ਨੇ ਉਸ ਦੇ ਵਿੱਚ ਜਿਹੜੀ ਦਿੱਲੀ ਪੁਲਿਸ ਦੀ ਭੂਮਿਕਾ ਸੀ ਉਸ 'ਤੇ ਵੀ ਬਹੁਤ ਸਵਾਲ ਉੱਠੇ ਨੇ। ਹੋਰ ਕਈ ਵਾਰੀ ਇਹੋ ਜਿਹੀਆਂ ਗੱਲਾਂ ਹੋਈਆਂ ਜਿਨ੍ਹਾਂ ਦੇ ਵਿੱਚ ਦਿੱਲੀ ਪੁਲਿਸ ਨੂੰ ਲੋਕਾਂ ਨੇ ਸ਼ੱਕ ਦੀ ਨਿਗਾਹ ਨਾਲ ਵੇਖਿਆ। ਹੁਣ ਇੱਕ ਮੈਗਜ਼ੀਨ ਦੇ ਪੱਤਰਕਾਰ ਦੀ, ਕਾਰਵਾਂ ਮੈਗਜ਼ੀਨ ਹੈ ਹਫ਼ਤਾਵਾਰੀ, ਉਸ ਦੇ ਪੱਤਰਕਾਰ ਦੀ ਕੁੱਟਮਾਰ ਕੀਤੀ ਗਈ ਹੈ ਪੁਲਿਸ ਵੱਲੋਂ। ਇਹ ਕੀ ਮਾਮਲਾ ਜੀ? ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਕਾਫੀ ਦੇਰ ਤੋਂ ਪੁਲਿਸ ਜਿਹੜੀ ਦਿੱਲੀ ਦੀ ਹੈ ਉਹ ਚਰਚਾ 'ਚ ਰਹੀ ਹੈ ਗਲਤ ਕਾਰਨਾਂ ਕਰਕੇ। ਉਹਦੇ ਨਾਲ ਕੀ ਹੁੰਦਾ ਵੀ ਜਦੋਂ ਉਹਨਾਂ ਨੂੰ ਗਲਤ ਸਪੋਰਟ ਮਿਲਣ ਲੱਗ ਜਾਂਦੀ ਹੈ ਤਾਂ ਉਹ ਪੁਲਿਸ ਦੀਆਂ ਜਿਹੜੀਆਂ ਗਲਤ ਕਾਰਵਾਈਆਂ ਨੇ ਉਹ ਵੱਧਦੀਆਂ ਜਾਂਦੀਆਂ ਜੀ। ਉਹੀ ਆਪਾਂ ਦੇਖਿਆ ਜਿਹੜੀਆਂ ਫਰਵਰੀ ਵਾਲੀਆਂ ਰਾਈਟਸ ਸੀਗੀਆਂ ਉਹਦੇ ਵਿੱਚ ਵੀ ਕਿਸ ਤਰੀਕੇ ਇਹਨਾਂ ਨੇ ਨਜਾਇਜ਼ ਬੰਦਿਆਂ ਨੂੰ ਫਸਾਇਆ,
ਜਿਨ੍ਹਾਂ ਨੇ ਗਲਤ ਕੀਤਾ ਸੀਗਾ ਉਹਨਾਂ ਤੇ ਪਰਚੇ ਦਰਜ ਨਹੀਂ ਕੀਤੇ। ਜੀ। ਉਸੇ ਤਰ੍ਹਾਂ ਦੀ ਹੁਣ ਇਹ ਤਾਜ਼ੀ ਘਟਨਾ ਆਈ ਹੈ 16 ਤਰੀਕ ਦੀ ਹੋਈ ਹੈ, 16 ਅਕਤੂਬਰ ਦੀ, ਕਿ ਦਿੱਲੀ ਦੇ ਵਿੱਚ ਜਿਹੜਾ ਮਾਡਲ ਟਾਊਨ ਦਾ ਇਲਾਕਾ ਹੈ ਉੱਥੇ ਇੱਕ ਘਟਨਾ ਹੋਈ ਸੀਗੀ। ਇੱਕ ਛੋਟੀ ਲੜਕੀ ਸੀਗੀ ਦਲਿਤ, ਕਿਸੇ ਦੇ ਘਰ 'ਚ ਕੰਮ ਕਰਦੀ ਸੀਗੀ। ਉਹਨੂੰ ਪਤਾ ਨਹੀਂ ਮਰੀ ਹੈ ਕਿ ਮਾਰਤਾ ਗਿਆ, ਚਲੋ ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਪਰ ਜਿਹੜੇ ਉਹਦੇ ਪਰਿਵਾਰ ਤੇ ਆਸੇ-ਪਾਸੇ ਦੇ ਲੋਕ ਸੀ ਉਹ ਇਹ ਗੱਲ ਕਹਿੰਦੇ ਸੀ ਕਿ ਇਹਨੂੰ ਰੇਪ ਕੀਤਾ ਗਿਆ, ਜ਼ਬਰ ਜਨਾਹ ਕਰਨ ਤੋਂ ਬਾਅਦ ਇਹਦਾ ਮਰਡਰ ਕੀਤਾ ਗਿਆ। ਪਰ ਪੁਲਿਸ ਦਾ ਇਹ ਕਹਿਣਾ ਸੀਗਾ ਵੀ ਇਹ ਸੁਸਾਈਡ ਹੈ। ਜੀ। ਚਲੋ ਇਹਦੇ 'ਚ ਕੁਝ ਵੀ ਹੋ ਸਕਦਾ, ਆਪਾਂ ਉਸ ਗੱਲ 'ਚ ਹਲੇ ਡਿਟੇਲ 'ਚ ਨਾ ਜਾਈਏ, ਉਹ ਸਮਾਂ ਪਾ ਕੇ ਪਤਾ ਲੱਗੂਗਾ। ਪਰ ਉਹਦੀ ਇਨਕੁਆਇਰੀ ਪ੍ਰੋਪਰ ਹੋਣੀ ਚਾਹੀਦੀ ਹੈ। ਜਿਹੜੇ ਲੋਕ ਇਹ ਗੱਲ ਕਹਿ ਰਹੇ ਹੈ ਕਿ ਇਹਦਾ ਪਰਿਵਾਰ ਕਹਿ ਰਿਹਾ ਕਿ ਇਹਦੇ ਨਾਲ ਰੇਪ ਹੋਇਆ, ਇਹਦਾ ਮਰਡਰ ਕੀਤਾ ਗਿਆ, ਉਹਨਾਂ ਦੀ ਗੱਲ ਚੰਗੀ ਤਰ੍ਹਾਂ ਸੋਚਣੀ ਚਾਹੀਦੀ ਹੈ, ਸਮਝਣੀ ਚਾਹੀਦੀ ਹੈ, ਅਤੇ ਉਹਦੇ 'ਤੇ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜੀ ਜੀ ਜੀ। ਪਰ ਉਲਟਾ ਕੀ ਹੋਇਆ, ਇਹਨਾਂ ਨੇ ਜੀ ਉਹ ਬੰਦਿਆਂ ਨੂੰ ਉੱਥੋਂ ਭਜਾਇਆ ਜਿਹੜੇ ਉੱਥੇ ਇਕੱਠੇ ਹੋਏ ਸੀਗੇ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਵਿੱਚ। ਉੱਥੇ ਹੀ ਇਹ ਪੱਤਰਕਾਰ ਵੀ ਆਇਆ ਹੋਇਆ ਸੀਗਾ, ਆਹਾਨ ਪੈਨਕਰ ਇਹਦਾ ਨਾਮ ਹੈ, ਕਾਰਵਾਂ ਦਾ। ਅੱਛਾ ਜੀ। ਅਤੇ ਜਿਹੜਾ ਕਾਰਵਾਂ ਮੈਗਜ਼ੀਨ ਹੈ ਇਹ ਪਹਿਲਾਂ ਹੀ ਕਿਹਾ ਜਾਂਦਾ ਹੈ ਕਿ ਇਹ ਸੱਚੀ ਗੱਲ ਲਿਖਦਾ ਹੈ। ਅੱਛਾ ਜੀ। ਅੱਜ ਕੱਲ੍ਹ ਦਿੱਲੀ ਦੇ ਵਿੱਚ ਜਾਂ ਆਸੇ-ਪਾਸੇ ਇਹੋ ਜਿਹੇ ਮੈਗਜ਼ੀਨਾਂ ਦੀ ਗਿਣਤੀ ਵੀ ਘਟਦੀ ਜਾਂਦੀ ਹੈ। ਜੀ। ਅਤੇ ਇਹ ਪਹਿਲਾਂ ਹੀ ਹਿੱਟ ਲਿਸਟ 'ਤੇ ਹੈ। ਪਿਛਲੇ ਅਗਸਤ ਦੇ ਵਿੱਚ ਵੀ ਇਹਨਾਂ ਦੇ ਕੁਝ ਪੱਤਰਕਾਰਾਂ ਨਾਲ ਕੁੱਟਮਾਰ ਹੋਈ ਸੀਗੀ। ਜੀ। ਅਤੇ ਇਹ ਜਿਸ ਵਕਤ ਇਹ ਘਟਨਾ ਹੋ ਰਹੀ ਸੀਗੀ ਉੱਥੇ ਥਾਣੇ ਦੇ ਬਾਹਰ, ਉਹਦੇ ਪਰਿਵਾਰ ਦੇ ਜੀ ਕਹਿ ਰਹੇ ਸੀਗੇ ਵੀ ਇਹ ਪਰਚਾ ਦਰਜ ਕਰਨਾ ਚਾਹੀਦਾ ਰੇਪ ਦਾ ਅਤੇ ਮਰਡਰ ਦਾ, ਅਤੇ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਅਤੇ ਇਹ ਉੱਥੇ ਪੱਤਰਕਾਰ ਉਹਨਾਂ ਦੀ ਮੂਵੀ ਬਣਾ ਰਿਹਾ ਸੀਗਾ ਅਤੇ ਉਹਨਾਂ ਦੀਆਂ ਫੋਟੋਆਂ ਖਿੱਚ ਰਿਹਾ ਸੀ। ਉਦੋਂ ਨੂੰ ਇੱਕ ਪੁਲਿਸ ਵਾਲਿਆਂ ਨੇ ਆ ਕੇ ਇਹਦੇ ਬਾਰੇ ਵੀ ਕਿਹਾ ਵੀ ਇਹ ਦੇਖੋ ਜੀ ਇਹ ਮੂਵੀ ਬਣਾ ਰਿਹਾ, ਕਹਿੰਦੇ ਕੋਈ ਨਹੀਂ ਇਸਕੋ ਵੀ ਦੇਖ ਲੈਂਗੇ। ਅੱਛਾ ਜੀ। ਅਤੇ ਉਦੋਂ ਨੂੰ ਉਹਨਾਂ ਨੇ ਫਿਰ ਸਾਰਿਆਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਇੱਥੋਂ ਖਿੰਡ ਜਾਓ। ਅਤੇ ਜਦੋਂ ਨਹੀਂ ਖਿੰਡੇ ਲੋਕ, ਉਹ ਕੁੱਲ 30-35 ਬੰਦੇ ਸੀ, ਕੋਈ ਜ਼ਿਆਦਾ ਇਕੱਠ ਵੀ ਨਹੀਂ ਸੀਗਾ, ਜਿਹਦੇ 'ਚ ਕੁਛ ਸਟੂਡੈਂਟ ਅਤੇ ਬਾਕੀ ਕੁਛ ਹਿਊਮਨ ਰਾਈਟਸ ਐਕਟੀਵਿਸਟ ਸੀਗੇ। 10 ਕੁ ਬੰਦੇ ਉਸ ਲੜਕੀ ਦੇ ਪਰਿਵਾਰ ਦੇ ਸੀਗੇ। ਅੱਛਾ ਜੀ। ਇੰਨੇ ਕੀ ਬੰਦੇ ਸੀਗੇ। ਅਤੇ ਜਦੋਂ ਸਾਰਿਆਂ ਨੂੰ ਨਹੀਂ ਉਹ ਖਿੰਡੇ, ਉਹਨਾਂ ਨੂੰ ਫੜ ਕੇ ਅੰਦਰ ਥਾਣੇ ਦੇ ਵਿੱਚ ਲੈ ਗਏ। ਉਸੇ ਤਰ੍ਹਾਂ ਇਹਨੂੰ ਵੀ ਨਾਲ ਪੱਤਰਕਾਰ ਨੂੰ ਅੰਦਰ ਲੈ ਗਏ। ਅਤੇ ਇਹਨੇ ਕਾਫੀ ਕਿਹਾ ਕਿ ਮੈਂ ਪੱਤਰਕਾਰ ਹੈ। ਇਹਦੀ ਪਰ ਉਹਨਾਂ ਨੇ ਆਇਡੈਂਟੀ ਕਾਰਡ ਵੀ ਦਿਖਾਇਆ, ਚੱਕ ਕੇ ਮੂਹਰੇ ਦਿਖਾਉਂਦਾ ਰਿਹਾ ਜਾਂ ਮੇਰਾ ਆਇਡੈਂਟੀ ਕਾਰਡ ਦੇਖੋ ਮੈਂ ਪੱਤਰਕਾਰ ਹੈ। ਪਰ ਕਿਸੇ ਨੇ ਇਹਦੀ ਗੱਲ ਨਹੀਂ ਸੁਣੀ। ਇਹਦਾ ਆਇਡੈਂਟੀ ਕਾਰਡ ਵੀ ਖੋਹ ਲਿਆ ਅਤੇ ਇਹਦਾ ਫੋਨ ਜਿਹਦੇ 'ਚ ਇਹਨੇ ਫਿਲਮਾਂ ਬਣਾਈਆਂ ਸੀਗੀਆਂ ਅਤੇ ਫੋਟੋਆਂ ਖਿੱਚੀਆਂ ਸੀ ਉਹ ਵੀ ਜ਼ਬਤ ਕਰ ਲਿਆ, ਫੜ ਲਿਆ। ਅੰਦਰ ਲਿਜਾ ਕੇ ਇਹਨਾਂ ਨੂੰ ਫਰਸ਼ 'ਤੇ ਬਿਠਾ ਲਿਆ, ਫਿਰ ਕੁੱਟਿਆ, ਲੱਤਾਂ ਮਾਰ ਕੇ ਪਹਿਲਾਂ ਨੂੰ ਥੱਲੇ ਸਿੱਟ ਲਿਆ। ਥੱਲੇ ਸਿੱਟੇ ਹੋਏ ਦੇ ਫਿਰ ਲੱਤਾਂ ਮਾਰੀਆਂ ਇਹਦੀ ਪਿੱਠ 'ਤੇ, ਮੋਢੇ 'ਤੇ ਅਤੇ ਕੂਹਣੀ 'ਤੇ, 3-4 ਥਾਵਾਂ 'ਤੇ ਸੱਟਾਂ ਵੀ ਵੱਜੀਆਂ ਨੇ। 4 ਘੰਟੇ ਨੂੰ ਉੱਥੇ ਬਿਠਾਈ ਰੱਖਿਆ। ਜਦੋਂ ਇਹ ਕਹਿੰਦਾ ਵੀ ਮੈਂ ਪੱਤਰਕਾਰ ਹੈ, ਮਤਲਬ ਕੋਈ ਭੁਲੇਖਾ ਨਹੀਂ ਸੀ ਉਹਨਾਂ ਨੂੰ ਵੀ ਇਹ ਪੱਤਰਕਾਰ ਹੈਗਾ। ਨਾਲ ਸਗੋਂ ਇੱਕ ਬੰਦੇ ਨੇ ਜਦੋਂ ਕੁੱਟਦੇ ਸੀਗੇ ਕਹਿੰਦਾ ਲੈ ਤੈਨੂੰ ਹੁਣ ਐਡੀਟਰ ਬਣਾਉਂਦੇ ਆ, ਇਹ ਵੀ ਕਿਹਾ। ਨਾਲ ਕਿਹਾ ਵੀ ਤੇਰੀ ਰਿਪੋਰਟ ਵੀ ਛਾਪਦੇ ਆ ਜੀ, ਤੂੰ ਪੱਤਰਕਾਰੀ ਕਰਦਾ, ਤੇਰੀ ਰਿਪੋਰਟ ਵੀ ਛਾਪਦੇ ਆ। ਇਸ ਤਰ੍ਹਾਂ ਦੀਆਂ ਗੱਲਾਂ ਵੀ ਉਹਨੂੰ ਕੀਤੀਆਂ। ਜਿਹੜੇ ਬਾਕੀ ਬੰਦੇ ਸੀਗੇ ਉਹਨਾਂ ਨੂੰ ਵੀ ਕੁੱਟਮਾਰ ਕੀਤੀ ਅਤੇ ਸ਼ਾਮ ਤੱਕ 4-5 ਘੰਟੇ ਰਾਤ ਤੱਕ ਉੱਥੇ ਇਹਨਾਂ ਨੂੰ ਬਿਠਾ ਕੇ ਰੱਖਿਆ, ਜਲੀਲ ਕੀਤਾ ਗਿਆ ਸਿਰਫ ਇਸ ਲਈ ਵੀ ਉਹ ਇੱਥੇ ਬਣਾ ਰਿਹਾ ਸੀ। ਅਤੇ ਉਹਦੀਆਂ ਫਿਲਮ ਅਤੇ ਜਿਹੜੀ ਫੋਟੋਆਂ ਸੀਗੀਆਂ ਉਹਨਾਂ ਨੂੰ ਵੀ ਡਿਲੀਟ ਕਰਤਾ ਗਿਆ। ਪ੍ਰੋਗਰਾਮ ਦਾ ਸਮਾਂ ਲਗਭਗ ਖਤਮ ਹੈ। ਸ਼ਾਰਟ ਦੇ ਵਿੱਚ ਕਰੋਨਾ ਟੀਕੇ ਬਾਰੇ ਮੋਦੀ ਸਾਹਿਬ ਨੇ ਕਹਿੰਦੇ ਕਿਹਾ ਕਿ ਇਹ ਚੋਣ ਵੰਡ ਪ੍ਰਣਾਲੀ ਵਾਂਗ ਇਸ ਨੂੰ ਵੰਡਾਂਗੇ ਜਾਂ ਕਿਵੇਂ ਦੇਵਾਂਗੇ, ਉਹ ਕੀ ਗੱਲ ਉਹਨਾਂ ਨੇ ਕੀਤੀ ਹੈ ਜੀ? ਦੇਖੋ ਉਹਨਾਂ ਨੇ ਗੱਲ ਕੀਤੀ ਆ ਵੀ ਜਿਹੜਾ ਕਰੋਨਾ ਦੇ ਟੀਕੇ ਵੈਕਸੀਨ ਨੇ ਉਹ 3 ਵਾਰੇ ਉਹਨਾਂ ਨੇ ਗੱਲ ਕੀਤੀ ਹੈ ਵੀ 3 ਤਕਰੀਬਨ ਕੰਪਲੀਸ਼ਨ ਦੇ ਨੇੜੇ ਹੈ, ਜਿਨ੍ਹਾਂ ਦੇ ਲਾਸਟ ਫੇਜ਼ਸ 'ਤੇ ਨੇ। ਅਤੇ ਉਹ ਕਹਿੰਦੇ ਵੀ ਜਲਦੀ ਹੋ ਸਕਦਾ ਤਿਆਰ ਹੋ ਜਾਵੇ। ਪਰ ਇੰਡੀਆ ਇੰਨਾ ਵੱਡਾ ਮੁਲਕ ਹੈ ਅਤੇ ਬੜੇ ਅਲੱਗ-ਅਲੱਗ ਸਿਸਟਮ ਨੇ ਵੀ ਇਹਨੂੰ ਹਰ ਥਾਂ ਤੱਕ ਪਹੁੰਚਾਉਣਾ ਅਤੇ ਸਾਂਭਣਾ ਇੰਨੀ ਸੌਖੀ ਚੀਜ਼ ਨਹੀਂ। ਵੀ ਇਸ ਕਰਕੇ ਅਸੀਂ ਇਹਨੂੰ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਚੋਣਾਂ ਲੜੀਆਂ ਜਾਂਦੀਆਂ ਨੇ, ਉਹ ਹਰ ਪਿੰਡ ਤੱਕ, ਹਰ ਘਰ ਤੱਕ ਚੋਣਾਂ ਦਾ ਵਿੱਚੋਂ ਵੋਟ ਪਾਉਣ ਲਈ ਬੰਦੇ ਨੇ ਆਉਣਾ ਹੁੰਦਾ, ਵੀ ਉਸ ਤਰੀਕੇ ਨਾਲ ਸਾਨੂੰ ਇਹ ਕਰਨਾ ਚਾਹੀਦਾ ਹੈ। ਉਹਦੇ 'ਚ ਕੀ ਹੈ ਵੀ ਡਿਸਟ੍ਰਿਕਟ ਲੈਵਲ 'ਤੇ ਸਾਰਿਆਂ ਨੂੰ ਇਨਵੋਲਵ ਕਰਨ ਦੀ ਲੋੜ ਹੈ। ਪਰ ਉਹਦੇ 'ਚ ਵੀ ਮੋਦੀ ਸਾਹਿਬ ਜਿਵੇਂ ਇੱਕ ਆਪਦਾ ਉਹਨਾਂ ਦਾ ਇੱਕ ਪੁਰਾਣਾ ਰੁਝਾਨ ਚੱਲਿਆ ਆਉਂਦਾ ਹੈ, ਜਿਹੜੀ ਐਗਜ਼ਾਮਪਲ ਦਿੱਤੀ ਹੈ ਉਹ ਆਪਣੇ ਅੰਦਰੀ ਦਿਲ ਦੀ ਗੱਲ ਫੇਰ ਕਹਿ ਗਏ। ਹਾਲਾਂਕਿ ਅਸੀਂ ਤਾਂ ਇਹ ਸਮਝਦੇ ਹਾਂ ਵੀ ਜੇ ਚੀਜ਼ ਨੂੰ ਸਿਰੇ ਤੱਕ ਪਹੁੰਚਾਉਣਾ ਹੈ ਤਾਂ ਸਾਨੂੰ ਗੱਲ ਕਰਨੀ ਚਾਹੀਦੀ ਹੈ ਵੀ ਜਿਵੇਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਨੇ ਜਾਂ ਸ਼ਹਿਰਾਂ ਵਿੱਚ ਕਮੇਟੀਆਂ ਦੀਆਂ ਚੋਣਾਂ ਹੁੰਦੀਆਂ ਨੇ, ਉਹਨੂੰ ਆਧਾਰ ਬਣਾ ਕੇ ਉਸ ਸਿਸਟਮ 'ਤੇ ਸਾਨੂੰ ਸਿਰੇ ਤੱਕ ਪਹੁੰਚਾਉਣਾ ਚਾਹੀਦਾ ਜੀ। ਪਰ ਐਗਜ਼ਾਮਪਲ ਇਹਨਾਂ ਨੇ ਉੱਥੇ ਵੀ ਪਾਰਲੀਮੈਂਟ ਦੀ ਇਲੈਕਸ਼ਨ ਦੀ ਦਿੱਤੀ ਹੈ, ਕਿਉਂਕਿ ਇਹ ਕਦੇ ਵੀ ਫੈਡਰਲ ਸਿਸਟਮ ਦੇ ਜਾਂ ਦੂਰ ਵਾਲੇ ਜਾ ਕੇ ਪਿੰਡਾਂ ਤੱਕ ਜਿਹੜੀ ਲੋਕਲ ਸੈਲਫ ਗੌਰਮੈਂਟ ਹੈ ਉਹਦੀ ਗੱਲ ਨਹੀਂ ਕਰਦੇ। ਗੱਲ ਇਹ ਕਰਦੇ ਹੈ ਦਿੱਲੀ ਨੂੰ ਸ਼ੁਰੂ ਕਰਦੇ ਆ, ਸੈਂਟਰ ਦੀ ਗੱਲ ਕਰਦੇ ਆ, ਉਹ ਐਗਜ਼ਾਮਪਲ ਦੇ ਕੇ ਤੋਰਿਆ। ਪਰ ਜੇ ਅਸੀਂ ਇਹਨੂੰ ਪ੍ਰੈਕਟੀਕਲੀ ਦੇਖਦੇ ਹਾਂ ਕਿ ਇਹਨੂੰ ਉਸ ਤਰੀਕੇ 'ਤੇ ਅਡੋਪਟ ਕੀਤਾ ਜਾਵੇ, ਪਹਿਲਾਂ ਉਹਨੂੰ ਜਿਵੇਂ ਸਾਰਾ ਡਿਸਟ੍ਰਿਕਟ ਲੈਵਲ ਤੱਕ ਪਹੁੰਚਾਇਆ ਜਾਵੇ, ਅਤੇ ਈਵਨ ਜਿਹੜੇ ਸਾਡੇ ਬੂਥ ਲੈਵਲ ਦੇ ਜਿਹੜੇ ਇੰਚਾਰਜ ਨੇ
ਉਹਨਾਂ ਨੂੰ ਵੀ ਸਾਰਾ ਨੌਲੇਜ ਹੋਵੇ, ਉੱਥੇ ਤੱਕ ਗੱਲ ਪਹੁੰਚਾਵੇ, ਤਾਂ ਪਹੁੰਚਾਉਣ ਦਾ ਤਰੀਕਾ ਇਹ ਵਧੀਆ ਹੈ। ਠੀਕ ਹੈ ਜੀ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਜਲਦੀ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।